श्री वाहिगुरु साहिब जी। सूही महला पहला। भांडा हच्छा सोय, जो तिस भावसी। भांडा अत मलीन, धोता हच्छा ना होए सी। गुरु द्वारा होए, सोजी पाए सी। एत द्वारा धोए, हच्छा होए सी। भांडा हच्छा सो। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुगे अटल, शब्दा अवतार। दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दे पावन पवित्र हजूरी दे विच जुड़मन बैठी गुरु रूप गुरु खालसा सत संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल हुए मनुआ सतगुर का दर्शन पाई जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। सूही महला पहला। इस शब्द दे विच सूही राग दे अंदर धन धन सतगुरु पहले पातशाह श्री गुरु नानक देव जी महाराज अंतःकरण रूप भांडे की शुद्धता का उपदेश वर्णन करते इंज फरमाउंदे हन। भांडा हच्छा सोय। ये भाई वही अंतःकरण रूप भांडा स्वच्छ शुद्ध है, जो तिस भावसी। जो तिस वाहिगुरु नूं भाउंदा है। भांडा आत मलीन, जो अंतःकरण रूप भांडा विकारां पापां दी मैल करके अत्यंत ही मैला है। धोता हच्छा ना होए सी। ਉਹ ਤੀਰਥਾਂ ਦੇ ਜਲ ਜਾਂ ਸਕਾਮ ਕਰਮਾਂ ਰੂਪੀ ਜਲ ਦੇ ਨਾਲ ਧੋਤਿਆਂ ਜਾਂ ਬਾਹਰੋਂ ਸਰੀਰ ਨੂੰ ਧੋਣ ਨਾਲ ਸਵੱਛ ਸ਼ੁੱਧ ਨਹੀਂ ਹੁੰਦਾ ਹੈ। ਇਹ ਮਹਾਰਾਜ ਫਿਰ ਇਹ ਹਿਰਦਾ ਸ਼ੁੱਧ ਕਿਵੇਂ ਹੋਵੇਗਾ? ਤਾਂ ਗੁਰੂ ਸਾਹਿਬ ਉੱਤਰ ਬਖਸ਼ਦੇ ਨੇ। ਗੁਰੂ ਦੁਆਰਾ ਹੋਏ, ਗੁਰੂ ਸਾਹਿਬ ਜੀ ਦੇ ਦਰ 'ਤੇ ਹੋ ਕੇ ਜਾਂ ਗੁਰਾਂ ਦੇ ਦੁਆਰਾ ਭਾਵ ਅਨੁਸਾਰ ਹੋਣਾ ਕਰੇ। ਸੋਜੀ ਪਾਏ ਸੀ। ਤਾਂ ਹੀ ਇਸ ਅੰਤःਕਰਨ ਰੂਪ ਭਾਂਡੇ ਨੂੰ ਧੋਣ ਦੀ ਸੂਝ ਪਾਉਣਾ ਕਰੀਦੀ ਹੈ। ਏਤ ਦੁਆਰਾ ਧੋਏ। ਇਹ ਭਾਈ ਅੰਤःਕਰਨ ਰੂਪ ਭਾਂਡੇ ਨੂੰ ਇਸ ਭਾਵ ਗੁਰੂ ਦੇ ਦੁਆਰੇ 'ਤੇ ਜਾ ਕੇ ਗੁਰ ਉਪਦੇਸ਼ ਰੂਪ ਜਲ ਜਾਂ ਨਿਸ਼ਕਾਮ ਕਰਮਾਂ ਰੂਪ ਜਲ ਦੇ ਨਾਲ ਧੋਣਾ ਕਰੇ। ਅੱਛਾ ਹੋਏ ਸੀ। ਤਾਂ ਹੀ ਇਹ ਹੱਛਾ ਸ਼ੁੱਧ ਹੁੰਦਾ ਹੈ। ਮੈਲੇ ਹੱਛੇ ਕਾ ਵਿਚਾਰ। ਮੈਲੇ ਅਤੇ ਸ਼ੁੱਧ ਅੰਤःਕਰੂ ਭਾਂਡਿਆਂ ਦਾ ਵਿਚਾਰ ਆਪ ਵਰਤਾਏ ਸੀ। ਪਰਮੇਸ਼ਰ ਆਪ ਹੀ ਵਰਤਾਉਂਦਾ ਹੈ।
ਇਸੇ ਪ੍ਰਕਾਰ ਮੈਲੇ ਹੱਛੀ ਕਾ ਵਿਚਾਰ। ਮੈਲੇ ਪਾਪ ਪਾਪੀ ਪੁਰਖ ਅਤੇ ਪਵਿੱਤਰ ਪਾਪ ਪੁੰਨੀ ਪੁਰਖਾਂ ਦਾ ਜੋ ਵਿਚਾਰ ਨਿਰਣਾ ਹੈ ਪਰਮੇਸ਼ਰ ਆਪ ਹੀ ਵਰਤਾਉਂਦਾ ਹੈ। ਆਪ ਵਰਤਾਏ ਸੀ। ਆਪ ਹੀ ਮਹਾਰਾਜ ਉਹਨਾਂ ਦਾ ਨਿਰਣਾ ਵਰਤਾਉਂਦਾ ਹੈ। ਮਤ ਕੋ ਜਾਣੈ ਜਾਇ। ਇਹ ਮਤਾਂ ਕੋਈ ਜਾਣਨਾ ਕਰੇ ਅੱਗੇ ਪਾਏ ਸੀ। ਕਿ ਜਗਤ ਤੋਂ ਜਾ ਕੇ ਮਲੀਨ ਹਿਰਦੇ ਵਾਲਾ ਆਤਮਿਕ ਸੁਖ ਸੱਚਖੰਡ ਰੂਪ ਜਗ੍ਹਾ ਨੂੰ ਪਰਲੋਕ ਵਿੱਚ ਜਾ ਕੇ ਪਾ ਲਵੇਗਾ। ਇਸੇ ਪ੍ਰਕਾਰ ਮਤ ਕੋ ਜਾਣੈ ਜਾਇ। ਮਤਾਂ ਇਹ ਜਾਣੇ ਕਿ ਉਹ ਤੁਰੀਆ ਪਦ ਸਰੂਪ ਦੀ ਪ੍ਰਾਪਤੀ ਰੂਪ ਜਗ੍ਹਾ ਨੂੰ ਪਾਵੇਗਾ। ਭਾਵ ਅੱਗੇ ਪਾਏ ਸੀ। ਅੱਗੇ ਕੋਈ ਵੀ ਜਗ੍ਹਾ ਉਹਨੂੰ ਪ੍ਰਾਪਤ ਨਹੀਂ ਹੋ ਸਕੇਗੀ। ਇਹ ਕਰਮ ਕਮਾਈ। ਉਸ ਨੂੰ ਗੁਰਮਤਿ ਦੇ ਸਿਧਾਂਤ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਮਨੁੱਖ ਜਿਹੋ ਜਿਹੇ ਇਸ ਸੰਸਾਰ ਦੇ ਵਿੱਚ ਕਰਮ ਕਮਾਉਂਦੇ ਹਨ ਤੇਹਾ ਹੋਏ ਸੀ। ਉਹੋ ਜਿਹਾ ਹੀ ਮਨੁੱਖ ਅੱਗੇ ਪਰਲੋਕ ਵਿੱਚ ਜਾ ਕੇ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਹੈ ਜਾਂ ਹੋਵੇਗਾ। ਆਪੇ ਬੀਜ ਆਪੇ ਹੀ ਖਾਹੋ। ਜੇ ਵੇਹ ਕਰਮ ਕਮਾਵੰਦਾ ਤੇ ਵੇਹ ਫਲ ਤੇ। ਚੱਬੇ ਤਤਾ ਲੋਹ ਸਾਰ ਵੇ ਸੰਘੈ ਪਲ ਤੇ। ਘੱਤ ਗੁਲਾਮਾਂ ਚਾਲਿਆ ਗਲੇ ਤੋਂ ਫੜ ਕੇ ਤੇ ਦੂਤ ਅਮਲ ਤੇ ਜਿਹੜੇ ਯਮਦੂਤ ਨੇ ਗਲੇ ਤੋਂ ਫੜ ਕੇ ਤੇ ਘੱਤ ਕੇ ਜਿਵੇਂ ਡੰਗਰ ਨੂੰ ਹਿੱਕੀਦਾ ਹੈ ਇਸ ਤਰ੍ਹਾਂ ਅੱਗੇ ਲਾ ਲੈਣਗੇ। ਕਾਈ ਆਸ ਨਾ ਪੁੰਨੀਆਂ ਨਿਤ ਪਾਰ ਮਲ ਹਿਰ ਤੇ। ਸਭੇ ਤੁਰਨ ਖੁੱਟੀਐਸ ਹਿਰ ਲਈਐਸ ਧਰ ਤੇ ਇੰਜ ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ। ਉਹ ਨਿਤਾ ਪ੍ਰਤੀ ਪਰਾਈ ਦੀ ਮੈਲ ਨੂੰ ਹੀ ਮੂੰਹ ਦੇ ਨਾਲ ਖਾਂਦੇ ਰਹਿੰਦੇ ਨਿੰਦਿਆ ਚੁਗਲੀ ਆਦਿਕ। ਤੋ ਇੰਜ ਜਿਸ ਤਰ੍ਹਾਂ ਦਾ ਕੋਈ ਕਰਮ ਜੀਵ ਕਰਦਾ ਹੈ ਉਸੇ ਤਰ੍ਹਾਂ ਦਾ ਹੀ ਫਲ ਉਸ ਨੂੰ ਭੋਗਣਾ ਪੈਂਦਾ ਹੈ। ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਐ ਕਿਸੇ ਥਾਏ। ਜੇ ਸੱਜਾ ਹੱਥ ਕਰਮ ਕਰੇਗਾ ਉਹਦਾ ਫਲ ਸੱਜੇ ਨੂੰ ਹੀ ਮਿਲੇਗਾ। ਜੇ ਖੱਬਾ ਕਰੇਗਾ ਤਾਂ ਖੱਬੇ ਨੂੰ ਮਿਲੇਗਾ। ਇਹਨਾਂ ਰੱਬ ਦੇ ਘਰ ਵਿੱਚ ਨਿਆਂ ਹੈ। ਅੰਮ੍ਰਿਤ ਹਰਿ ਕਾ ਨਾਮ। ਜੋ ਹਰੀ ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਹੈ ਆਪ ਵਰਤਾਏ ਸੀ। ਉਸ ਨੂੰ ਆਪ ਹੀ ਗੁਰੂ ਰੂਪ ਹੋ ਕੇ ਵਰਤਾਉਂਦਾ ਹੈ। ਇਸੇ ਪ੍ਰਕਾਰ ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਏ ਸੀ। ਜਿਹੇ ਕਰਮ ਕਮਾਈ। ਜਿਵੇਂ ਕੋਈ ਖੇਤ ਵਾਹ ਕੇ ਸੰਵਾਰਿਆ ਹੋਵੇ ਤੇ ਉਹਦੇ ਵਿੱਚ ਚੰਗਾ ਬੀਜ ਪਾਇਆ ਜਾਵੇ ਤੇ 1000 ਗੁਣਾ ਫਲਦਾ ਹੈ। ਇੰਜ ਧਰਤੀ ਇਹ ਸਰੀਰ ਧਰਤੀ ਹੈ। ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ। ਇਹ ਕਰਮਾਂ ਦੀ ਧਰਤੀ ਹੈ। ਸਰੀਰ ਰੂਪੀ ਧਰਤੀ ਦੇ ਵਿੱਚ ਜਿਸ ਤਰ੍ਹਾਂ ਦਾ ਹੀ ਕਰਮਾਂ ਦਾ ਬੀਜ ਬੀਜਦਾ ਹੈ ਹੋਏ ਸੀ। ਉਸੇ ਤਰ੍ਹਾਂ ਦਾ ਇਹਨੂੰ ਫਲ ਪ੍ਰਾਪਤ ਪਿੱਛੇ ਜੀਆਂ ਨੂੰ ਹੋਇਆ ਹੈ, ਹੁਣ ਹੋ ਰਿਹਾ, ਅੱਗੇ ਹੋਵੇਗਾ। ਇਹ ਜਾਂ ਜਿਹੜਾ ਹਿਰਦਾ ਹੈ ਇਹ ਖੇਤ ਦੀ ਤਰ੍ਹਾਂ ਹੈ, ਜ਼ਮੀਨ ਦੀ ਤਰ੍ਹਾਂ ਹੈ ਅਤੇ ਸ਼ੁਭ ਗੁਣਾਂ ਦੇ ਸਹਿਤ ਜਿਹੜਾ ਸੰਵਾਰਿਆ ਹੋਇਆ ਹੈ ਉਹਦੇ ਵਿੱਚ ਪਰਮੇਸ਼ਰ ਅੰਮ੍ਰਿਤ ਹਰਿ ਕਾ ਨਾਮ ਆਪ ਗੁਰੂ ਰੂਪ ਹੋ ਕੇ ਨਾਮ ਅੰਮ੍ਰਿਤ ਦਾ ਬੀਜ ਵਰਤਾਉਂਦਾ ਭਾਵ ਬੀਜਦਾ ਹੈ। ਆਪ ਵਰਤਾਏ ਸੀ। ਅੰਮ੍ਰਿਤ ਦਾ ਬੀਜ ਆਪ ਵਰਤਾਉਂਦਾ ਹੈ, ਛੱਟਾ ਮਾਰਦਾ ਹੈ ਅਤੇ ਉਹ ਬੀਜਿਆ ਹੋਇਆ ਬੀਜ ਹਿਰਦੇ ਦੇ ਵਿੱਚ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ
देही मैं इसका विश्राम, 1000 गुणा फलदा है। ਚੱਲਿਆ ਪਤ ਸਿਓ ਜਨਮ ਸਵਾਰ। ਜੋ ਪੁਰਸ਼ ਇਹ ਨਾਮ ਅੰਮ੍ਰਿਤ ਗੁਰਾਂ ਪਾਸੋਂ ਪ੍ਰਾਪਤ ਕਰ ਲੈਂਦਾ ਹੈ, ਉਹ ਇਹ ਆਪਣਾ ਮਨੁੱਖਾ ਜਨਮ ਸੰਵਾਰ ਕੇ ਇੱਜ਼ਤ ਦੇ ਨਾਲ ਪਰਲੋਕ ਨੂੰ ਤੁਰਿਆ ਹੈ। ਵਾਜਾ ਵਾਏ ਸੀ। ਪਰ ਉਹਦਾ ਜਸ ਰੂ ਵਾਜਾ ਲੋਕ ਪਰਲੋਕ ਦੇ ਵਿੱਚ ਵੱਜਦਾ ਹੈ। ਜਾਂ ਜੋ ਨਾਮ ਰੂ ਵਾਜਾ ਵਜਾਉਂਦਾ, ਉਹ ਆਪਣੇ ਜਨਮ ਨੂੰ ਸੰਭਾਲ ਕੇ ਇੱਜ਼ਤ ਦੇ ਸਹਿਤ ਪਰਲੋਕ ਨੂੰ ਚਲਿਆ ਜਾਂਦਾ ਹੈ। ਮਾਨਸ ਕਿਆ ਵਿਚਾਰਾ। ਇਹ ਮਨੁੱਖ ਨਿਤਾਣਾ ਕੀ ਹੈ, ਜਾਂ ਇਹ ਮਨੁੱਖ ਉਸ ਇੱਜ਼ਤ ਸਹਿਤ ਜਾਣ ਵਾਲੇ ਦੀ ਕੀ ਸਿਫਤ ਵਡਿਆਈ ਕਰ ਸਕਦਾ ਹੈ। ਤਿਹੋ ਲੋਕ ਸੁਣਾਏ ਸੀ। ਪਰਮੇਸ਼ਰ ਨੇ ਤਾਂ ਤਿੰਨਾਂ ਲੋਕਾਂ ਵਿੱਚ ਹੀ ਉਹਦੀ ਵਡਿਆਈ ਜਸਰ ਵਾਜੇ ਨੂੰ ਸੁਣਾ ਦਿੱਤਾ ਜਾਂ ਸੁਣਾਵੇਗਾ। ਨਾਨਕ ਆਪ ਨਿਹਾਲ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਐਸਾ ਮਨੁੱਖ ਆਪ ਵੀ ਆਨੰਦ ਪ੍ਰਸੰਨ ਹੋ ਜਾਵੇਗਾ। ਸਭ ਕੁਲ ਤਾਰਸੀ। ਅਤੇ ਆਪਣੀਆਂ ਸਾਰੀਆਂ ਕੁਲਾਂ ਮੰਚਾਂ ਨੂੰ ਵੀ ਤਾਰ ਲਵੇਗਾ ਜਾਂ ਤਾਰ ਲੈਂਦਾ ਹੈ। ਸੂਹੀ ਮਹੱਲਾ ਪਹਿਲਾ। ਸੂਹੀ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਇਹ ਅਗਲਾ ਸ਼ਬਦ ਉਚਾਰ ਰਹੇ ਹਨ। ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਸ ਵੱਖੋ ਵੱਖਰੇ ਮਤਾਂ ਵਾਲੇ ਪ੍ਰਸ਼ਨ ਕਰਿਆ ਕਰਦੇ ਸਨ। ਇੱਕ ਵਾਰ ਇਹ ਕਰਮਕਾਂਡੀ ਜੋਗੀ ਤਪੀਆ ਤੇ ਇੱਕ ਤੀਰਥ ਯਾਤਰੂ ਆਇਆ। ਇਹਨਾਂ ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ ਪਰ ਨਮਸਕਾਰ ਕਰਕੇ ਉਪਦੇਸ਼ ਦੀ ਯਾਚਨਾ ਕੀਤੀ। ਤਦੋਂ ਸਤਿਗੁਰੂ ਜੀ ਨੇ ਕਰਮਕਾਂਡੀ ਨੂੰ, ਜੋਗੀ ਨੂੰ ਅਤੇ ਤਪਸਵੀ ਨੂੰ ਅਤੇ ਤੀਰਥ ਯਾਤਰੂ ਨੂੰ ਸਿੱਖਿਆ ਦੇਣ ਲਈ ਇਹ ਪਾਵਨ ਸ਼ਬਦ ਉਚਾਰਿਆ। ਇੱਕੋ ਸ਼ਬਦ ਜੀ ਸਾਰਿਆਂ ਦਾ ਨਿਬੇੜਾ ਕਰਦੇ ਨੇ। ਜੋਗੀ ਹੋਵੈ ਜੋਗ ਵੈ। ਇਹ ਭਾਈ ਜੋ ਯੋਗ ਦੇ ਤਾਈਂ ਕਰਨ ਵਾਲਾ ਹੁੰਦਾ ਹੈ, ਉਹ ਯੋਗਾ ਅਭਿਆਸ ਕਰਦਾ ਹੈ। ਭੋਗੀ ਹੋਵੈ ਖਾਇ। ਅਤੇ ਜੋ ਮੇਰੇ ਵਰਗਾ ਖਾਣ ਵਾਲੀ ਧਿਆਨ ਰੱਖਦਾ ਹੈ, ਕਦੀ ਕੁਛ ਖਾ ਲਿਆ, ਕਦੀ ਕੁਛ ਪੀ ਲਿਆ, ਪਦਾਰਥਾਂ ਦੇ ਭੋਗਣ ਵਾਲਾ ਜਿਹੜਾ ਹੁੰਦਾ ਹੈ, ਰੱਬ ਉਹਨੂੰ ਅਨੇਕ ਤਰ੍ਹਾਂ ਦੇ ਪਦਾਰਥ, ਕਦੀ ਲੱਡੂ, ਕਦੀ ਜਲੇਬੀਆਂ, ਕਦੀ ਬਰਫੀ, ਕਦੀ ਦੁੱਧ, ਕਦੀ ਸ਼ੇਕ, ਕਦੀ ਕੁਛ ਕਦੀ ਕੁਛ, ਅਤੇ ਦਈ ਵੀ ਜਾਂਦਾ ਹੈ ਮਹਾਰਾਜ। ਖਾਣ ਵਾਲੇ ਮੇਰੇ ਵਰਗੇ ਖਾਈ ਜਾਂਦੇ ਨੇ, ਡਕਾਰ ਮਾਰਿਆ ਅਤੇ ਚਲੋ ਮੇਰੇ ਭਾਈ ਪੇਟ 'ਤੇ ਹੱਥ ਫੇਰਿਆ। ਹਾ ਨਾ ਵਾਹਿਗੁਰੂ, ਨਾ ਸਤਨਾਮ, ਨਾ ਜਪਜੀ ਸਾਹਿਬ, ਨਾ ਕੋਈ ਚੌਬੀ ਸਾਹਿਬ, ਨਾ ਕੋਈ ਕਥਾ, ਨਾ ਕੀਰਤਨ, ਨਾ ਕੋਈ ਸਤ ਸੰਗਤ। ਦੱਸੋ, ਮਹਾਰਾਜ ਨੇ ਤਾਂ ਆਪ ਦਾ ਫਰਜ਼ ਨਿਭਾ ਦਿੱਤਾ, ਸਾਨੂੰ ਬੰਦਾ ਬਣਾ ਕੇ ਦੁਨੀਆ ਵਿੱਚ ਭੇਜ ਦਿੱਤਾ, ਗੁਰਦੁਆਰੇ ਦੇ ਦਰਸ਼ਨ ਕਰਾਤੇ, ਪੰਜਾਬੀ ਬੋਲੀ ਸਿਖਾਤੀ, ਅਤੇ ਫਿਰ ਵੀ ਜੇ ਬਾਣੀ ਨਹੀਂ ਬੜੀ, ਖਾ ਪੀ ਕੇ ਅਤੇ ਮੌਜ ਮਸਤੀ ਮਾਣਦੇ ਰਹੇ, ਫਿਰ ਤਾਂ ਆਪ ਦਾ ਹੀ ਕਸੂਰ ਹੈ, ਫਿਰ ਤਾਂ ਕਰਮਾਂ ਦਾ ਕੋਈ ਕਸੂਰ ਨਹੀਂ ਹੈ। ਮਹਾਰਾਜ ਕਹਿੰਦੇ ਨੇ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ। ਜੇ ਸਵਾਰੀਆ ਅਤੇ ਜੜ ਵੀ ਫਿਰ ਪੁੱਟੀਏ। ਜਿਹੜੇ ਤਾਂ ਗੁਰਮੁਖ ਨੇ ਉਹ ਤਾਂ ਕਾਜ ਸਵਾਰੀ ਜਾਂਦੇ ਨੇ ਆਪ ਦੇ ਹੱਥੀਂ, ਆਪ ਦੀ ਭਗਤੀ ਦਾ, ਅਤੇ ਜਿਹੜੇ ਨਹੀਂ ਕਰਦੇ ਅਤੇ ਉਹ ਫਿਰ ਆਪ ਦੇ ਹੱਥੀਂ ਜੜ ਪੁੱਟਣ ਦੀ ਤਰ੍ਹਾਂ ਆਪ ਦਾ ਜੀਵਨ ਖੁਦ ਆਪ ਵਿਗਾੜੀ ਜਾਂਦੇ ਹਨ। ਇੱਕ ਦਿਨ ਫਿਰ ਐਸਾ ਆਊਗਾ, ਡਾਕਟਰ ਕਹਿਣਗੇ ਭਾਈ ਜੇ ਰੱਬ ਨੇ ਦਿੱਤਾ ਹੈ ਅਤੇ ਦੂਜੇ ਨੂੰ ਵੰਡ ਦਿਓ, ਤੁਸੀਂ ਖਾਧਾ ਅਤੇ ਤੁਹਾਡੇ ਲਈ ਜ਼ਹਿਰ ਹੈ। ਮਤਲਬ ਬਿਮਾਰ ਬੰਦੇ ਵਾਸਤੇ ਉਹੀ ਘਿਓ ਜਿਹੜਾ ਆਮ ਇਨਸਾਨ ਨੂੰ ਤਾਕਤ ਦਿੰਦਾ ਹੈ, ਉਹਦੇ ਲਈ ਉਹ ਜ਼ਹਿਰ ਬਣ ਜਾਂਦਾ। ਮਾਫ਼ ਕਰਨਾ। ਸੋ ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਕਸਮ ਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ, ਏਕੋ ਨਾਮ ਤੇ ਆਵੋ, ਆਪਣੀ ਪਤ ਛੇਤੀ ਘਰ ਜਾਵੋ।
ਜਿਹੜਾ ਪਦਾਰਥਾਂ ਦੇ ਭੋਗਣ ਵਾਲਾ ਹੁੰਦਾ ਰੱਬ ਦਿੰਦਾ ਹੈ ਦੇਣ ਵਾਲਾ, ਉਹ ਅਨੇਕ ਤਰ੍ਹਾਂ ਦੇ ਪਦਾਰਥ ਖਾਈ ਹੋਈ ਖਾਈ ਜਾਂਦਾ ਹੈ। ਇਹ ਨਹੀਂ ਵੀ ਦੂਜੇ ਨੂੰ ਵੰਡ ਕੇ ਦੂਸਰੇ ਨੂੰ ਦੇ ਕੇ ਹਿੱਸੇ ਆਉਂਦਾ ਖਾਓ। ਕਿਉਂ ਲਾਲਚ ਦੇ ਵਿੱਚ ਆਪ ਦਾ ਵੀ ਸਰੀਰ ਖਤਮ ਹੋ ਜਾਂਦਾ, ਰੱਬ ਵੱਲੋਂ ਵੀ ਬੰਦਾ ਝੂਠਾ ਪੈਂਦਾ ਹੈ। ਕਹਿੰਦੇ ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੈ ਲੋਭ। ਪਿਛਲੇ ਸਮਿਆਂ 'ਚ ਉਹ ਵਿਆਹਾਂ ਸ਼ਾਦੀਆਂ 'ਤੇ ਅੱਜ ਕੱਲ੍ਹ ਤਾਂ ਕੇਟਰਿੰਗ ਹੈ, ਕੇਟਰਿੰਗ। ਉਹ ਪਿੱਛੇ ਨਾਈ ਹੁੰਦੇ ਸੀ ਗੁਰਮੁਖ ਪਿਆਰੇ, ਅਤੇ ਉਹਨਾਂ ਮੁੱਠ ਭਰਨੀ ਅਤੇ 5 ਬੰਦਿਆਂ ਨੂੰ ਇੱਕੋ ਹੀ ਮੁੱਠੀ 'ਚ ਥੋੜ੍ਹਾ ਥੋੜ੍ਹਾ ਜਿਸ ਤਰ੍ਹਾਂ ਨਿਆਣਿਆਂ ਨੂੰ ਵਰਚਾਈਦਾ। ਕਿਉਂ ਭਲਾ? ਵੀ ਸਾਡੇ ਲਈ ਮੁੜ ਕੇ ਜਿਹੜਾ ਟਾਪਾ ਭਰ ਕੇ ਲੈ ਕੇ ਜਾਣਾ ਉਹ ਕਿਤੇ ਥੁੜ ਨਾ ਜਾਏ। ਆਪ ਦਾ ਹੀ ਲਾਲਚ ਕਰੀ ਜਾਣਾ, ਵਰਤਾਉਣ ਲੱਗਿਆਂ ਸੁੰਘ ਕੇ ਵਰਤਾਉਣਾ, ਸਰਫਾ ਕਰਨਾ। ਬਣਾਉਣ ਵਾਲੇ ਨੇ ਤਾਂ ਸਾਰੀ ਰਸਤ ਦੇ ਦੇਣੀ, ਪਰ ਵਰਤਾਵੇ ਦੇ ਹੱਥ ਦੇ ਵਿੱਚ ਕੋਈ ਬਰਕਤ ਨਹੀਂ ਹੋਣੀ। ਤੋ ਇੰਝ ਆਪ ਦੇ ਲਾਲਚ ਵਾਸਤੇ ਜਿਹੜਾ ਦੂਜਿਆਂ ਨੂੰ ਘੱਟ ਵਰਤਾਉਣਾ ਹੈ, ਮੁੜ ਕੇ ਆਪ ਖੁੱਲ੍ਹਾ ਗੱਫਾ ਲੈਣਾ ਹੈ, ਗੁਰੂ ਘਰ ਦੇ ਵਿੱਚ ਉਹ ਇਨਸਾਨ ਝੂਠਾ ਪੈਂਦਾ ਹੈ। ਰਹਿਤਨਾਮਿਆਂ ਦਾ ਬਚਨ ਹੈ, ਜੋ ਪ੍ਰਸਾਦ ਕੋ ਬਾਂਟ ਹੈ। ਪ੍ਰਸਾਦ ਗੁਰੂ ਕੇ ਲੰਗਰ ਦਾ ਨਾਮ ਹੈ। ਇਹਦੇ ਵਿੱਚ ਇਕੱਲਾ ਕੜਾ ਪ੍ਰਸ਼ਾਦ ਨਹੀਂ, ਹੋਰ ਜਿੰਨੇ ਵੀ ਪਦਾਰਥ ਗੁਰੂ ਘਰ ਵਰਤਦੇ ਨੇ ਉਹ ਸਭ ਪ੍ਰਸ਼ਾਦ ਰੂਪ ਹਨ। ਜੋ ਪ੍ਰਸਾਦ ਕੋ ਬਾਂਟ ਹੈ ਮਨ ਮੈਂ ਧਾਰੇ ਲੋਭ। ਮਨ ਵਿੱਚ ਲਾਲਚ ਧਾਰਨ ਕਰਕੇ ਵਰਤਾਉਂਦਾ ਹੈ ਕਿ ਪਿੱਛੋਂ ਜਦ ਵੱਧ ਬਚ ਜਾਏਗਾ ਉਹ ਮੈਂ ਆਪਦੇ ਘਰ ਨੂੰ ਲਿਜਾਵਾਂਗਾ। ਦੂਜਿਆਂ ਨੂੰ ਥੋੜ੍ਹਾ ਥੋੜ੍ਹਾ ਦਿੰਦਾ ਹੈ, ਜਾਂ ਕਿਸੇ ਥੋੜ੍ਹਾ ਕਿਸੇ ਅਗਲਾ, ਕਿਸੇ ਨੂੰ ਥੋੜ੍ਹਾ ਦੇ ਦਿੱਤਾ ਅਤੇ ਜਿਹੜਾ ਆਪ ਦਾ ਜਾਣਕਾਰ ਹੋਇਆ ਖੁਸ਼ੀ ਨਾਲ ਉਹਨੇ ਬੁਲਾਇਆ, ਉਹਦਾ ਬੁੱਕ ਭਰਤਾ, ਉਹਦੀ ਥਾਲੀ ਭਰ ਦਿੱਤੀ। ਉਹ ਇੰਝ ਜਿਹੜਾ ਦਜੈ ਕਰਤਾ ਹੈ ਵਰਤਾਵਾ। ਰਹਿਤਨਾਮਿਆਂ ਵਿੱਚ ਕਲਗੀਧਰ ਦੇ ਬਚਨ ਹਨ, ਕਹਿੰਦੇ ਨੇ ਜੋ ਪ੍ਰਸਾਦ ਕੋ ਬਾਂਟ ਹੀ ਮਨ ਮੈਂ ਧਾਰੈ ਲੋਭ। ਕਿਸੇ ਥੋੜ੍ਹਾ ਕਿਸੇ ਅਗਲਾ ਸਦਾ ਰਹੇ ਤਿਸ ਸੋਗ। ਉਹਨੂੰ ਕਦੀ ਖੁਸ਼ੀ ਕਦੀ ਆਨੰਦ ਨਹੀਂ ਹੋ ਸਕਦਾ, ਉਹਨੂੰ ਹਮੇਸ਼ਾ ਸੋਗ ਅਫਸੋਸ ਚਿੰਤਾ ਹੀ ਰਹੇਗੀ। ਹਮੇਸ਼ਾ ਚਿੰਤਾ ਵਿੱਚ ਡੁੱਬਿਆ ਸੋਚਾਂ ਸੋਚਦਾ ਰਹੇਗਾ, ਕਦੀ ਉਹ ਖੁਸ਼ ਪ੍ਰਸੰਨ ਨਹੀਂ ਹੋ ਸਕਦਾ ਜਿਹੜਾ ਆਪ ਦੇ ਲਈ ਲਾਲਚ ਕਰਦਾ। ਸੋ ਭੋਗੀ ਹੋਵੇ ਖਾਏ। ਰੱਬ ਨੇ ਇੰਨੇ ਪਦਾਰਥ ਬਣਾਏ ਨੇ, ਬੰਦੇ ਕੋ ਖਾਧੇ ਨਹੀਂ ਜਾਂਦੇ। ਪਦਾਰਥਾਂ ਦੇ ਭੋਗਣ ਵਾਲਾ ਜਿਹੜਾ ਹੁੰਦਾ ਉਹ ਅਨੇਕ ਤਰ੍ਹਾਂ ਦੇ ਪਦਾਰਥ ਖਾਈ ਹੀ ਖਾਈ ਜਾਂਦਾ ਰਹਿੰਦਾ ਹੈ। ਹੋਵੇ ਤਪ ਕਰੇ। ਜੋ ਤਪ ਕਰਨ ਵਾਲਾ ਤਪਸਵੀ ਹੁੰਦਾ ਹੈ ਉਹ ਸਦਾ ਤਪ ਹੀ ਕਰਦਾ ਰਹਿੰਦਾ ਹੈ। ਤੀਰਥੇ ਮਾਲ ਮਾਲ ਨਾਈ। ਹਾਂ, ਥੱਥੇ ਨੂੰ ਸਿਹਾਰੀ ਵੀ ਸਿੰਘ ਨੇ ਲਾਈ ਹੈ ਅਤੇ ਲੱਲੇ ਨੂੰ ਸਿਹਾਰੀਆਂ ਵੀ ਲਾਈਆਂ ਨੇ। ਇਉਂ ਬੰਦਾ ਸਾਰੀਆਂ ਸਿਹਾਰੀਆਂ ਬਿਆਰੀਆਂ ਜੇ ਲਾਉਣ ਜਾਣਦਾ ਹੋਵੇ, ਦੂਜੇ ਨੂੰ ਪਤਾ ਵੀ ਨਾ ਲੱਗੇ। ਇਹ ਸਲਿਮ ਆਵਾਜ਼ ਦੇ ਵਿੱਚ ਲਘੂ ਮਾਤਰਾ ਬੋਲਦੀਆਂ ਨੇ ਸਿਹਾਰੀਆਂ ਜੋ ਹਨ। ਜਿਹੜੇ ਮਸ਼ੀਨਰੀ ਵਾਲੇ ਕਾਲਜਾਂ 'ਚ ਪੜ੍ਹੇ ਹੋਏ ਨੇ, ਬੋਲਣਾ ਤਾਂ ਉਹਨਾਂ ਨੂੰ ਆਪ ਨਹੀਂ ਆਉਂਦਾ, ਨਾ ਤਾਂ ਔਂਕੜ ਬੋਲਣਾ ਆਏ ਨਾ ਸਿਹਾਰੀ ਬੋਲਣੀ ਆਏ। ਆਖੇ ਜੀ ਇਹ ਬੋਲਣਾ ਨਹੀਂ ਹੈ, ਇਹ ਵਾਧੂ ਮਾਤਰਾ ਪੂਰੀਆਂ ਕਰਨ ਲਈ ਲਾਇਆ। ਜਿਸ ਤਰ੍ਹਾਂ ਆਪੇ ਬੀਜ ਆਪੇ ਹੀ ਮੈਂ ਤਾਂ ਕਹੂੰਗਾ ਖਾਹੋ। ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾਹੋ। ਇਹ ਲਘੂ ਮਾਤਰਾ ਸਲਿਮ ਜੀ। ਉਹ ਕਹਿਣਗੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸ਼ਾਹ। ਬਿੰਦੀਆਂ ਆਪਦੇ ਘਰੋਂ ਹੀ ਲੈ ਆਉਣਗੇ ਅਤੇ ਔਂਕੜ ਖਾ ਹੀ ਜਾਣਗੇ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾ। ਸਿੱਧਾ ਹੀ ਹਾ। ਅਤੇ ਇਉਂ ਲਾਉਣਾ ਆਪ ਨਹੀਂ ਆਉਂਦੀਆਂ ਲਗਾ ਮਾਤਰਾ, ਕਹਿਣਾ ਮਹਾਰਾਜ ਨੇ ਵਾਧੂ ਲਿਖ ਦਿੱਤੀਆਂ। ਆ ਫਿਰ ਇੱਕ ਵਾਰ ਸੁਣੋ, ਧਿਆਨ ਦੇ ਨਾਲ ਪਾਠ ਸੁਣਿਓ, ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਤੀਰਥੇ ਮਾਲੇ ਮਾਲੇ ਨਾਈ। ਤੀਰਥ ਦੇ ਥੱਥੇ ਨੂੰ ਵੀ ਸਿਹਾਰੀ ਲਾਈ ਹੈ ਸਿੰਘ ਨੇ, ਅਤੇ ਲੱਲਿਆਂ ਨੂੰ ਵੀ ਸਿਹਾਰੀਆਂ ਲੱਗੀਆਂ ਦੋਵੇਂ।
ਤੀਰਥ ਮਲ ਮਲ ਨਹਾਏ। ਜੋ ਤਪੀਆ ਕਰਨ ਵਾਲਾ ਹੁੰਦਾ ਉਹ ਸਦਾ ਤਪ ਹੀ ਕਰਦਾ ਰਹਿੰਦਾ ਹੈ, ਅਰ ਜੋ ਤੀਰਥ ਯਾਤਰੂ ਹੈ ਉਹ ਅਨੇਕਾਂ ਤੀਰਥਾਂ 'ਤੇ ਜਾ ਕੇ ਉੱਥੋਂ ਦੇ ਜਲ ਨਾਲ ਮਲ ਮਲ ਕੇ ਨਹਾਉਂਦਾ ਹੀ ਰਹਿੰਦਾ ਹੈ। ਇਉਂ ਇਹਨਾਂ ਸਭਨਾਂ ਦੀ ਆਪੋ ਆਪਣੇ ਸਾਧਨ ਕਰਮ ਕਾਂਡਾਂ ਦੇ ਵਿੱਚ ਪ੍ਰੀਤੀ ਹੈ। ਵੀਰਾ ਸੱਦੜਾ ਸੁਣੀਜੈ ਭਾਈ। ਸਨਮੁਖ ਬੇਨਤੀ ਕਰਕੇ ਕਹਿੰਦੇ ਨੇ ਕਿ ਹੇ ਪਿਆਰੇ ਪ੍ਰਭੂ, ਅਸੀਂ ਤੇਰਾ ਸੱਦੜਾ ਜਸ ਸੁਣਨਾ ਚਾਹੁੰਦੇ ਹਾਂ। ਮਤਲਬ ਤਪਸਵੀ ਤਪ ਕਰਦਾ ਰਹਿੰਦਾ, ਭੋਗੀ ਖਾਂਦਾ ਰਹਿੰਦਾ ਹੈ, ਅਤੇ ਤੀਰਥ 'ਤੇ ਇਸ਼ਨਾਨ ਕਰਨ ਵਾਲਾ ਤੀਰਥ 'ਤੇ ਨਹਾਉਂਦਾ ਰਹਿੰਦਾ। ਅਤੇ ਸਾਨੂੰ ਮਹਾਰਾਜ ਤੂੰ ਆਪ ਦੇ ਗੁਰਦੁਆਰੇ ਦਾ ਕੰਮ ਦਿੱਤਾ ਹੈ, ਬੈਠਾ ਰਹੋ ਅਤੇ ਸੁਣਦਾ ਰਹੋ। ਗੁਰਬਾਣੀ ਦਾ ਨਿਤਨੇਮ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ। ਇਹ ਮਹਾਰਾਜ ਅਸੀਂ ਤਾਂ ਤੇਰਾ ਜਸ ਹੀ ਸੁਣਦੇ ਰਹਿੰਦੇ ਹਾਂ ਅਤੇ ਇਹੀ ਚਾਹਨਾ ਕਰਦੇ ਹਾਂ ਕਿ ਸੁਣਨਾ ਕਰੀਏ। ਜੇ ਕੋ ਬਹਿ ਅਲਾ, ਜੇ ਕੋਈ ਬੈਠ ਕੇ ਤੇਰੇ ਜਸ ਦਾ ਅਲਾਪਣਾ ਕਰੇ ਤਾਂ ਅਸੀਂ ਪਿਆਰ ਨਾਲ ਬੈਠ ਕੇ ਸੁਣਨਾ ਕਰੀਏ। ਇੱਥੇ ਮਹਾਰਾਜ ਦੀ ਇੰਨੀ ਕਿਰਪਾ ਹੈ, ਮੈਂ ਖੁਦ ਆਪ ਬੜਾ ਹੈਰਾਨ ਹੁੰਦਾ ਹਾਂ। ਪਿੰਡਾਂ 'ਚ ਗੁਰਦੁਆਰਿਆਂ 'ਚ ਤਾਂ ਬਾਬੇ ਲੋਕ ਨਿਤਨੇਮ ਕਰਕੇ ਰਾਜੀ ਨਹੀਂ ਹੁੰਦੇ। ਸਾਡੇ ਪਿੰਡ 'ਚ ਉਦੋਂ 12 ਪਤੀਆਂ ਅਤੇ 12 ਗੁਰਦੁਆਰੇ ਸੀਗੇ, 8-10 ਤਾਂ ਹੁਣ ਹੋਰ ਬਣ ਗਏ ਹੋਣਗੇ। ਕਿਸੇ ਗੁਰਦੁਆਰੇ 'ਚ ਬਾਬੇ ਨੇ ਪਿਓ ਦੇ ਪੁੱਤ ਨੇ ਜਪਜੀ ਸਾਹਿਬ ਪੂਰਾ ਨਹੀਂ ਪੜ੍ਹਨਾ, ਸਾਰਿਆਂ ਨੇ ਮਹਾਰਾਜ ਪ੍ਰਕਾਸ਼ ਕਰਕੇ ਅਤੇ 2 ਮਿੰਟਾਂ 'ਚ ਆਦਿ ਪੜ੍ਹਿਆ, ਅੰਤ ਪੜ੍ਹਿਆ, ਵਿੱਚੋਂ ਦਰਸ਼ਨ ਕਰਿਆ। 5 ਜਪਜੀ ਅਤੇ 5 ਆਨੰਦ ਸਾਹਿਬ ਦੀਆਂ ਪੌੜੀਆਂ ਪੜ੍ਹ ਕੇ ਅਤੇ ਸਤਿਨਾਮ ਵਾਹਿਗੁਰੂ। ਫੁੱਲੀਆਂ ਲੈ ਕੇ ਗੇਟ 'ਤੇ ਬਹਿ ਜਾਣਾ, ਜਿਹੜਾ ਆਉਣਾ ਉਹਦੇ ਹੱਥ 'ਚ ਫੁੱਲੀਆਂ ਰੱਖੀ ਜਾਣੀਆਂ। ਪਿੰਡਾਂ 'ਚ ਕਿੱਥੇ ਕਥਾ ਕੀਰਤਨ ਹੁੰਦਾ। ਆਪਾਂ ਤਰਲੇ ਮਾਰਨੇ ਵੀ ਸਾਨੂੰ ਕੋਈ ਦੱਸੇ, ਕੋਈ ਸੁਣਾਉਣ ਵਾਲਾ ਹੋਵੇ, ਕਿਸੇ ਦੇ ਮੂੰਹ ਤੋਂ ਸ਼ੁੱਧ ਬਾਣੀ ਦਾ ਪਾਠ ਸੁਣ ਕੇ ਅਤੇ ਆਪ ਦੇ ਅੱਖਰ ਲਗਾ ਮਾਤਰਾ ਸੁਧਾਰੀਏ। ਜੋ ਮਹਾਂਪੁਰਖ ਬਾਬੇ ਕਰਤਾਰ ਸਿੰਘ ਸਾਹਿਬ ਨੇ ਸਾਡੇ ਨਜ਼ਦੀਕ ਗੁਰੂ ਘਰ ਬਾਬਾ ਹਰ ਸਰੂਪ ਸਿੰਘ ਜੀ ਗੁਰਮੁਖ ਪਿਆਰਿਆਂ ਦੀ ਡਿਊਟੀ ਲਗਾਈ। ਉਹ ਜਪਜੀ ਸਾਹਿਬ ਪੂਰਾ ਅਤੇ ਸੁਖਮਨੀ ਸਾਹਿਬ ਸੰਪੂਰਨ ਪੜ੍ਹ ਕੇ ਅਤੇ 6:15 ਵਜੇ ਭੋਗ ਪਾਇਆ ਕਰਦੇ। 2 ਘੰਟੇ ਬਾਣੀ ਸੁਣਾਉਣੀ ਸ਼ੁੱਧ ਲਗਾ ਮਾਤਰਾ ਨਾਲ। ਕਥਾ ਕਿੱਥੇ ਹੁੰਦੀ ਸੀ। ਸੰਗਰਾਂਦ ਵਾਲੇ ਦਿਨ ਜੇ ਕਿਸੇ ਨੇ ਬਹਿ ਜਾਣਾ ਅਤੇ ਆਪਾਂ ਔਖੇ ਹੋਣਾ ਵੀ ਇਹਨੂੰ ਕਿਹਨੇ ਬਿਠਾਇਆ ਹੈ, ਇਹ ਬਾਬਾ ਭੋਗ ਹੀ ਨਹੀਂ ਪਾਉਂਦਾ, ਆਪਾਂ ਤਾਂ ਪ੍ਰਸ਼ਾਦ ਲੈਣ ਆਏ ਹਾਂ, ਇਹ ਹਟਦਾ ਹੀ ਨਹੀਂ। ਇਸ ਤਰ੍ਹਾਂ ਹੀ ਗੁੱਸਾ ਕਰੀਦਾ ਨਾ, ਕੋਈ ਝੂਠੀ ਗੱਲ ਤਾਂ ਨਹੀਂ, ਦੱਸੋ। ਇੱਥੇ ਤਾਂ ਮਹਾਰਾਜ ਸਾਹਿਬ ਦੀ ਕਿਰਪਾ ਹੈ, ਨਾ ਤਾਂ ਲੰਗਰ ਉਡੀਕਣਾ ਪਏ, ਨਾ ਚਾਹ ਉਡੀਕਣੀ ਪਏ, ਨਾ ਪ੍ਰਸ਼ਾਦ ਉਡੀਕਣਾ ਪਏ। ਜਦੋਂ ਵੀ ਕੋਈ ਆਇਆ, ਕਿਉਂਕਿ ਸੰਗਤ ਬਹੁ ਗਿਣਤੀ ਵਿੱਚ ਹੈ, ਖੁੱਲ੍ਹਾ ਲੰਗਰ, ਖੁੱਲ੍ਹਾ ਚਾਹ ਪਾਣੀ, ਪ੍ਰਸ਼ਾਦ 'ਤੇ ਬਾਬਾ ਜੀ ਦੀ ਡਿਊਟੀ ਹੈ। ਜਦੋਂ ਵੀ ਕੋਈ ਜਾਏ ਉਹਨੂੰ ਉਸੇ ਵਕਤ ਪ੍ਰਾਪਤ ਹੁੰਦਾ। ਪਰ ਆਮ ਗੁਰੂ ਘਰਾਂ 'ਚ ਕਿੱਥੇ, ਜਿੰਨਾ ਚਿਰ ਭੋਗ ਨਹੀਂ ਪੈਂਦਾ ਅਰਦਾਸ ਨਹੀਂ ਹੁੰਦੀ, ਨਾ ਤਾਂ ਪ੍ਰਸ਼ਾਦ ਵਰਤਦਾ ਨਾ ਲੰਗਰ ਵਰਤਦਾ। ਉਹ ਫਿਰ ਨਿਆਣੇ ਰੌਲਾ ਪਾਉਂਦੇ ਨੇ। ਅਤੇ ਇਸ ਵਾਸਤੇ ਆਮ ਜਗ੍ਹਾ 'ਤੇ ਇਹ ਚੀਜ਼ਾਂ ਬੜੀਆਂ ਦੁਰਲੱਭ ਹਨ। ਇਹ ਸੱਚੇ ਪਾਤਸ਼ਾਹ ਕੋਈ ਕੁਛ ਕਰਦਾ ਹੈ, ਕੋਈ ਕੁਛ ਕਰਦਾ, ਆਪਾਂ ਤਾਂ ਤਰਲੇ ਮਾਰਦੇ ਹਾਂ ਵੀ ਸਾਨੂੰ ਤੇਰੀ ਕਥਾ ਸੁਣਨ ਨੂੰ ਮਿਲੇ, ਸ਼ੁੱਧ ਬਾਣੀ ਦਾ ਪਾਠ ਮਿਲੇ, ਤੇਰਾ ਕਿਤੇ ਕੀਰਤਨ ਪ੍ਰਾਪਤ ਹੋਵੇ। ਇਸੇ ਲਈ ਦੁਨੀਆ ਵੇਖੋ ਕਈ ਵਲ ਭੰਨ ਕੇ, ਮੈਂ ਸੁਣਿਆ ਵੀ ਇੰਗਲੈਂਡ ਤੋਂ ਕਈ ਗੁਰਮੁਖ ਪਿਆਰੇ ਮਹੀਨੇ ਬਾਅਦ ਮੱਥਾ ਟੇਕਣ ਆਉਂਦੇ। ਲੁਧਿਆਣੇ ਤੋਂ ਸੈਚਰਡੇ ਦੇ ਸੈਚਰਡੇ ਸਪੈਸ਼ਲ ਕਿਰਾਇਆ ਖਰਚ ਕੇ ਬੜੀ ਦੂਰ ਤੋਂ ਹਰਿਮੰਦਰ ਸਾਹਿਬ ਸੇਵਾ ਕਰਨ, ਕਥਾ ਕੀਰਤਨ। ਸਾਡੇ ਬਾਬਾ ਜੀ ਮਹਾਂਪੁਰਖ ਰਾਤ 12 ਵਜੇ ਉਠਾਉਣਾ, ਕਹਿਣਾ ਚਲੋ ਭਾਈ ਚੱਲੀਏ। ਖੁਦ ਮੈਂ ਆਪ ਅੱਖਾਂ ਮਲਦਿਆਂ ਮਸਾਂ ਨਹਾ ਧੋ ਕੇ ਛਾਲ ਮਾਰ ਕੇ ਬੱਸ 'ਚ ਬਹਿਣਾ, ਪੂਰੇ 2:30 ਵਜੇ ਉੱਥੇ ਜਾ ਕੇ ਚੌਂਕੜਾ ਮਾਰ ਲੈਣਾ, ਕਹਿਣਾ ਆਪਾਂ ਕੀਰਤਨ ਸੁਣਨਾ ਹੈ। ਅਤੇ 2:30 ਵਜੇ ਤੋਂ ਲੈ ਕੇ 7:30 8 ਵਜੇ ਤੱਕ, ਜਿੰਨਾ ਚਿਰ ਆਸਾ ਦੀ ਵਾਰ ਸੰਪੂਰਨ ਨਾ ਹੋਣੀ,
ਉਹਨਾਂ ਚਿਰ ਮਹਾਂਪੁਰਖਾਂ ਚੌਂਕੜਾ ਨਹੀਂ ਖੋਲ੍ਹਣਾ। ਅਤੇ ਜੇ ਕਿਤੇ ਨਾ ਜਾਇਆ ਜਾਣਾ ਤਾਂ ਜਿੱਥੇ ਬੈਠਣਾ ਉੱਥੇ ਕਹਿਣਾ ਮੈਨੂੰ TV 'ਤੇ ਕੀਰਤਨ ਸੁਣਾਓ। ਜਿਸ ਰਾਗੀ ਨੇ ਆਸਾ ਦੀ ਵਾਰ ਲਾਉਣੀ ਉਹਨੂੰ 5-5 ਕਿਲੋ ਬਦਾਮ ਅਤੇ ਕਾਜੂ, ਸਿੰਘਾਂ ਨੂੰ ਕਹਿਣਾ ਵੀ ਗੱਡੀ ਸਟਾਰਟ ਕਰੋ। ਆ ਰਾਗੀ ਨਰਿੰਦਰ ਸਿੰਘ ਜੀ ਬਨਾਰਸ ਵਾਲੇ ਗੁਰਮੁਖ ਪਿਆਰੇ, ਮੈਨੂੰ ਯਾਦ ਵੀ ਮਹਿਤੇ ਤੋਂ ਮਹਾਂਪੁਰਖਾਂ ਨੇ ਪਤਾ ਨਹੀਂ 2.5-3 ਕਿਲੋ ਬਦਾਮ ਅਤੇ ਕਾਜੂ ਕਹਿੰਦੇ ਰਾਗੀ ਦੇ ਘਰ ਫੜਾ ਕੇ ਆ, ਉਹਨੇ ਆਸਾ ਦੀ ਵਾਰ ਸੁਣਾਈ ਹੈ। ਆਪਾਂ ਘਰ ਜਾ ਕੇ ਉਹਦੇ ਦੇਣ ਗਏ, ਅੰਤਰਜਾਮੀ ਕਲੋਨੀ ਅੰਮ੍ਰਿਤਸਰ ਸਾਹਿਬ। ਇੰਨਾ ਉਹਨਾਂ ਦਾ ਪਿਆਰ ਮਹਾਰਾਜ ਦੀ ਕੀਰਤਨ, ਮਹਾਰਾਜ ਦੀ ਕਥਾ ਦੇ ਨਾਲ। ਇਸ ਲਈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਵੇਂ ਰੋਟੀ ਮਿਲੇ ਨਾ ਮਿਲੇ, ਭੁੱਖੇ ਰਹਿ ਕੇ ਗੁਜ਼ਾਰਾ ਕਰਦੇ। ਕੋਈ ਮੰਜਾ ਨਹੀਂ, ਕੋਈ ਬਿਸਤਰਾ ਨਹੀਂ, ਕੋਈ ਸੁੱਖ ਨਹੀਂ, ਕੋਈ ਆਰਾਮ ਨਹੀਂ, ਪਰ ਮਰਦਾਨੇ ਦਾ ਵਸਾ ਨਹੀਂ ਕੀਤਾ। ਜਦ ਵੀ ਉਹਨੇ ਗੁੱਸੇ ਹੋਣਾ ਉਹਦੇ 100 ਤਰਲੇ ਮਾਰਨੇ, ਉਹਦੇ ਮਗਰ ਭੱਜਣਾ, 100 ਵੱਲ ਭੰਨ ਕੇ ਉਹਨੂੰ ਘਰੋਂ ਲੈਣ ਤੱਕ ਜਾਣਾ। ਆਖਣਾ ਭਾਈ ਬਾਲਿਆ ਸਾਡਾ ਦਿਲ ਨਹੀਂ ਲੱਗਦਾ। ਆਖਿਆ ਮਰਦਾਨਿਆਂ ਲੜਿਆ ਨਾ ਕਰ, ਕੀਰਤਨ ਸੁਣਾਉਣ ਕਰਕੇ ਤੇਰੇ ਨਾਲ ਅਸੀਂ ਪ੍ਰੇਮ ਕਰਦੇ ਹਾਂ। ਇਸ ਲਈ ਹੇ ਪਿਆਰੇ ਪ੍ਰਮਾਤਮਾ, ਆਪਾਂ ਤਾਂ ਤੇਰਾ ਜਸ ਸੁਣਨਾ ਚਾਹੁੰਦੇ ਹਾਂ। ਜੇ ਕੋਈ ਬੈਠ ਕੇ ਤੇਰੇ ਜਸ ਨੂੰ ਅਲਾਪਦਾ ਹੀ ਰਹੇ, ਕੀਰਤਨ ਕਰਦਾ ਹੀ ਰਹੇ। ਆ ਭੰਗੜ ਰਾਗੀ ਹੁੰਦੇ ਸੀ, ਰਾਗੀ ਬਲਬੀਰ ਸਿੰਘ ਜੀ, ਸਾਬਕਾ ਹਜੂਰੀ ਹਰਿਮੰਦਰ ਸਾਹਿਬ ਦੇ ਰਾਗੀ। ਉਹਨਾਂ ਆਪ ਖੁਦ ਦੱਸਿਆ ਕਿ ਇੱਕ ਵਾਰ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਨਾਨਕ ਨਿਵਾਸ ਅੰਮ੍ਰਿਤਸਰ ਸਾਹਿਬ ਉਹਦੀ ਛੱਤ 'ਤੇ ਬੈਠੇ ਹੋਏ ਸਨ। ਰਾਤ ਦੇ 10 ਵਜੇ ਕਹਿੰਦੇ ਅਸੀਂ ਉਹੀ ਮੱਥਾ ਟੇਕਣ ਗਏ। ਜਦ ਦਰਸ਼ਨ ਕਰਨ ਗਏ ਅਤੇ ਮਹਾਂਪੁਰਖ ਕਹਿਣ ਲੱਗੇ ਰਾਗੀ ਸਿੰਘੋ ਕੀਰਤਨ ਸੁਣਾਓ। ਕਹਿੰਦੇ ਮਹਾਂਪੁਰਖ ਜੀ ਇੰਨੀ ਰਾਤ? ਕਹਿੰਦੇ ਹਾਂ ਬਈ, ਇਕਾਂਤ ਹੈ, ਬੜਾ ਸੁੰਦਰ ਆਨੰਦ ਆਏਗਾ, ਸੋਹਣਾ ਮੌਸਮ ਹੈ। ਕਹਿੰਦੇ ਅਸੀਂ ਕੀਰਤਨ ਸ਼ੁਰੂ ਕਰਤਾ। ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨ ਜਮ ਕਾਰਨ। ਪਤਾ ਨਹੀਂ ਕਿੰਨੀ ਵਾਰ ਉਹਨਾਂ ਸ਼ਬਦ ਸੁਣਿਆ ਅਤੇ ਸਾਰੀ ਰਾਤ ਸਾਥੋਂ ਕੀਰਤਨ ਹੀ ਸੁਣਦੇ ਰਹੇ। ਮਾਇਆ ਤੇਲਾ ਬੜੀਆਂ ਬਖਸ਼ਿਸ਼ਾਂ ਕੀਤੀਆਂ। ਉਹਨਾਂ ਮਹਾਂਪੁਰਖਾਂ ਦਾ ਕਥਾ ਕੀਰਤਨ ਨਾਲ ਪਿਆਰ ਸੀਗਾ। ਇਉਂ ਮਹਾਰਾਜ ਜੇ ਕੋਈ ਬੈਠ ਕੇ ਤੇਰੇ ਜਸ ਦਾ ਅਲਾਪਣ ਕਰੇ, ਕੀਰਤਨ ਕਰੇ। ਹਰਿਮੰਦਰ ਸਾਹਿਬ ਇੱਕ ਰਾਗੀ ਗੁਰਮੇਜ ਸਿੰਘ ਜੀ ਹੁੰਦੇ ਸੀ, ਗੁਰਮੇਜ ਸਿੰਘ ਰਾਗੀ। ਉਹਨਾਂ ਦੇ ਕੀਰਤਨ ਦੀ ਇੰਨੀ ਸਿਫਤ ਹੈ ਵੀ ਬੰਦਾ ਉਹਨਾਂ ਦੇ ਮਗਰ ਇੱਕ ਵਾਰ ਬੈਠ ਜਾਏ ਸਹੀ। ਮਜਾਲ ਹੈ ਵੀ ਕਿਤੇ ਉੱਠਣ ਨੂੰ ਦਿਲ ਕਰੇ। ਅੱਖਾਂ ਤੋਂ ਦਿਖਦਾ ਨਹੀਂ ਸੀਗਾ। ਹੁਣ ਤਾਂ ਬੜਾ ਸਮਾਂ ਰਿਟਾਇਰ ਹੋਇਆਂ ਨੂੰ ਵੀ ਹੋ ਗਿਆ ਅਤੇ ਦਰਸ਼ਨ ਕੀਤਿਆਂ ਨੂੰ ਵੀ ਕਈ ਸਾਲ ਲੰਘ ਗਏ। ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਇੱਕ ਅਵਾਰਡ ਮਿਲਿਆ। ਉਹਨਾਂ ਨੇ ਬਰੇਲ ਲਿਪੀ ਦੇ ਵਿੱਚ, ਜੋ ਅੰਨ੍ਹਿਆਂ ਦੀ ਲਿਪੀ ਹੁੰਦੀ ਹੈ, ਜਿਨ੍ਹਾਂ ਨੂੰ ਸੁਣਦਾ ਵੀ ਨਹੀਂ ਹੈ ਅਤੇ ਵੇਖ ਵੀ ਨਹੀਂ ਸਕਦੇ, ਅੰਨ੍ਹਿਆਂ ਅਤੇ ਬੋਲਿਆਂ ਦੀ ਲਿਪੀ ਨੂੰ ਕਹਿੰਦੇ ਬਰੇਲ ਲਿਪੀ। ਉਹ ਅੱਖਰ ਉਕਰੇ ਹੁੰਦੇ ਨੇ, ਹੱਥਾਂ ਦੇ ਨਾਲ ਟੋਹ ਕੇ ਅਤੇ ਫਿਰ ਉਹ ਪੜ੍ਹਾਈ ਪੜ੍ਹਦੇ ਹਨ। ਸਾਡੇ ਰਾਗੀ ਜੀ ਵੀ ਜਿਨ੍ਹਾਂ ਕੋਲ ਮੈਂ ਕੀਰਤਨ ਸਿੱਖਿਆ, ਉਹਨਾਂ ਕੋਲ ਘੜੀ ਹੁੰਦੀ ਸੀ। ਉਹ ਘੜੀ ਦਾ ਸ਼ੀਸ਼ਾ ਉੱਪਰ ਕਰਕੇ ਅਤੇ ਹੱਥਾਂ ਨਾਲ ਟਾਈਮ ਵੇਖਦੇ ਹੁੰਦੇ ਸੀ, ਉਹਨਾਂ ਨੂੰ ਦਿਖਦਾ ਨਹੀਂ ਸੀ। ਇਹ ਕੰਨਿਆਂ ਦੀ ਘੜੀ ਹੁੰਦੀ ਸਪੈਸ਼ਲ, ਉਹਨਾਂ 'ਤੇ ਉਹ ਅੱਖਰ ਉਕਰੇ ਹੁੰਦੇ ਨੇ, ਹੱਥਾਂ ਨਾਲ ਟੋਹ ਕੇ ਸੂਈਆਂ ਨੂੰ ਹੱਥ ਲਾ ਕੇ ਉਹ ਵੇਖ ਸਕਦੇ ਨੇ। ਉਹ ਰਾਗੀ ਗੁਰਮੇਜ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਰੇਲ ਲਿਪੀ 'ਚ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਭੇਟਾ ਕੀਤਾ ਸੂਰਦਾਸਾਂ ਵਾਸਤੇ। ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਐਵਾਰਡ ਮਿਲਿਆ ਸੀ। ਜਦ ਉਹਨਾਂ ਕੀਰਤਨ ਸ਼ੁਰੂ ਕਰਨਾ, ਜੇ ਤਾਂ ਦਰਸ਼ਨਾਂ ਦਾ ਪ੍ਰਕਰਨ ਹੈ ਤਾਂ ਜਿੰਨੇ ਸ਼ਬਦ ਉਹਨਾਂ ਨੇ 1.5 ਘੰਟੇ ਦੀ ਡਿਊਟੀ ਵਿੱਚ ਪੜ੍ਹਨੇ, ਸਭ ਦਰਸ਼ਨਾਂ ਦੇ ਪ੍ਰਕਰਨ 'ਚ। ਹਰਿਮੰਦਰ ਸਾਹਿਬ ਦੇ ਵਿੱਚ ਬੋਲਣ ਦੀ ਆਗਿਆ ਨਹੀਂ, ਨਿਰੋਲ ਬਾਣੀ ਦਾ ਕੀਰਤਨ ਹੁੰਦਾ। ਕੀਰਤਨ ਵਿੱਚ ਬੰਦਾ ਬੋਲ ਨਹੀਂ ਸਕਦਾ, ਕਥਾ ਨਹੀਂ ਕਰ ਸਕਦਾ।
ਉਹਨਾਂ ਬਿਨਾਂ ਹੀ ਬੋਲਣ ਤੋਂ ਗੁਰਬਾਣੀ ਦੇ ਪ੍ਰਮਾਣ ਤੇ ਪ੍ਰਮਾਣ ਇੰਨੇ ਦੇਣੇ ਕਿ ਕਥਾ ਦੀ ਜ਼ਰੂਰਤ ਹੀ ਨਾ ਮਹਿਸੂਸ ਹੋਣੀ। ਇਹ ਪੁਰਾਤਨ ਰਾਗੀਆਂ ਦੀ ਮਰਜ਼ਾਦਾ ਸੀਗੀ। ਇੱਕੋ ਹੀ ਪ੍ਰਕਰਨ ਦੇ ਵਿੱਚ ਇਹ ਨਹੀਂ ਵੀ ਇੱਕ ਖੁਸ਼ੀ ਦਾ ਸ਼ਬਦ, ਇੱਕ ਗਮੀ ਦਾ, ਕਿਤੋਂ ਲੱਤ ਫੜ ਲਈ ਕਿਤੋਂ ਬਾਂਹ ਫੜ ਲਈ। ਆ ਜਿਹੜਾ ਅਖੰਡ ਕੀਰਤਨ ਹੁੰਦਾ ਸਾਰੀ ਸਾਰੀ ਰਾਤ, ਉਹਦਾ ਪਤਾ ਹੀ ਨਹੀਂ ਲੱਗਦਾ ਵੀ ਸ਼ਬਦ ਕਿਹੜਾ ਚੱਲ ਰਿਹਾ ਹੈ, ਕਿੱਥੋਂ ਆਰੰਭਤਾ ਹੋਈ ਹੈ, ਕਦੋਂ ਭੋਗ ਪੈਣਾ ਹੈ। ਅਤੇ ਉਹ ਰਲਾ ਗੋਬਲਾ ਜਿਹਾ ਸੁਣਨ ਵਾਲੇ ਨੂੰ ਸਮਝ ਨਹੀਂ ਆਉਂਦੀ। ਉਹ ਜਾਪਦਾ ਵੀ ਸਾਜ਼ ਵੱਜਦੇ ਨੇ, ਸੋਹਣਾ ਸਭ ਕੁਛ ਕੀਰਤਨ ਹੋ ਰਿਹਾ, ਪਰ ਸਮਝ ਨਹੀਂ ਆਉਂਦੀ। ਪੁਰਾਤਨ ਰਾਗੀ ਇੱਕ ਪ੍ਰਕਰਨ ਦੇ ਵਿੱਚ ਹੀ ਸ਼ਬਦ ਪੜ੍ਹਿਆ ਕਰਦੇ ਅਤੇ ਪ੍ਰਮਾਣ ਬੜੇ ਤਰੀਕੇ ਨਾਲ ਦੇਣੇ, ਜਿਹਦੇ ਤੋਂ ਸਪਸ਼ਟ ਹੋਣਾ ਕਿ ਸ਼ਬਦ ਦੇ ਵਿੱਚ ਪ੍ਰਮਾਣ ਹੈ। ਇਹ ਮਹਾਰਾਜ ਸਾਡਾ ਚਿੱਤ ਕਰਦਾ ਹੈ ਕਿ ਕੋਈ ਕੀਰਤਨ ਕਰੀ ਜਾਏ, ਆਪ ਦਾ ਜਸ ਅਲਾਪੀ ਜਾਏ ਅਤੇ ਆਪਾਂ ਬੈਠ ਕੇ ਸੁਣਦੇ ਰਹੀਏ। ਕਿਉਂਕਿ ਸੁਣਤੇ ਪੁਨੀਤ ਕਹਿਤੇ ਸਭ ਧਨ, ਲਿਖਤੀ ਕੁਲ ਤਾਰਿਆ ਜੀਓ। ਸੁਣਨ ਵਾਲਾ 3 ਗੁਣਾ ਵੱਧ ਫਲ ਲੈਂਦਾ ਹੈ। ਕਹਿਣ ਵਾਲਾ ਪਵਿੱਤਰ ਹੈ, ਸੁਣਨ ਵਾਲਾ ਪੁਨੀਤ ਹੈ। ਲਿਖਣ ਵਾਲੇ ਦੀਆਂ ਤਾਂ ਕੁਲਾਂ ਤਰ ਜਾਂਦੀਆਂ ਨੇ। 48 ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਰਸਨਾ ਤੋਂ ਦਮਦਮਾ ਸਾਹਿਬ ਗੁਰਬਾਣੀ ਦੀ ਕਥਾ ਸੁਣੀ, ਉਹ ਸਾਰੇ ਜੀਵਨ ਮੁਕਤ ਅਵਸਥਾ ਵਾਲੇ ਹੋ ਗਏ। ਇੰਜ ਹੀ ਸੱਚੇ ਪਾਤਸ਼ਾਹ ਹੀਰਾ ਸਦੜਾ ਸੁਣੀਜੈ ਭਾਈ। ਇਹ ਮਹਾਰਾਜ ਅਸੀਂ ਤੇਰਾ ਜਸ ਸੁਣਨਾ ਚਾਹੁੰਦੇ ਹਾਂ। ਜੇ ਕੋ ਬਹਿ ਅਲਾਈ, ਜੇਕਰ ਕੋਈ ਗੁਰਮੁਖ ਵਾਸ਼ਨਾਵਾਂ ਵੱਲੋਂ ਚਿੱਤ ਨੂੰ ਸੰਤੋਖ ਦੇ ਸਹਿਤ ਅਸਥਿਤ ਕਰਕੇ ਉਚਾਰਨ ਕਰੇ। ਅੱਜ ਕੱਲ੍ਹ ਪ੍ਰਚਾਰਕਾਂ ਦੀ ਘਾਟ ਨਹੀਂ ਹੈ। ਗੱਲਾਂ ਕਰਨ ਨੂੰ ਤੁਸੀਂ ਜਿੰਨੀਆਂ ਮਰਜ਼ੀ ਫੇਸਬੁੱਕ ਯੂਟਿਊਬ 'ਤੇ ਸੁਣ ਲਓ, ਪਰ ਜਿਹੜੀ ਕਥਾ ਹੈ ਨਿਰੋਲ ਗੁਰਬਾਣੀ ਦੀ, ਉਹ ਤੁਹਾਨੂੰ ਵਿਰਲੇ ਵਾਂਝੇ ਤੋਂ ਪ੍ਰਾਪਤ ਹੋਏਗੀ। ਐਵੇਂ ਦੁਨੀਆ ਦੀਆਂ ਗੱਲਾਂ ਮਾਰੀ ਜਾਣੀਆਂ, ਜੋ ਕੁਝ ਮਸਲੇ ਚੱਲ ਰਹੇ ਨੇ ਖਬਰਾਂ ਹੀ ਦੇਈ ਜਾਣੀਆਂ TV ਵਾਂਗ, ਉਹ ਕਥਾ ਨਹੀਂ ਹੁੰਦੀ ਹੈ। ਜਸ ਉਹ ਹੈ ਜਿਹਦੇ 'ਚ ਪ੍ਰਭੂ ਦੀ ਸਿਫਤ ਹੋਵੇ, ਉਹਦੇ 'ਚ ਕਿਸੇ ਦੀ ਨਿੰਦਿਆ ਨਹੀਂ ਹੁੰਦੀ, ਕਿਸੇ ਦੀ ਚੁਗਲੀ ਨਹੀਂ ਹੁੰਦੀ। ਕੇਵਲ ਗੁਰੂ ਜੀ ਦਾ ਉਪਦੇਸ਼ ਵਿਚਾਰੀਦਾ ਹੈ ਅਤੇ ਰੱਬ ਦੀ ਸਿਫਤ ਕਰੀਦੀ ਹੈ। ਜੇ ਕੋਈ ਆਪਦੇ ਮਨ ਨੂੰ ਵਾਸ਼ਨਾਵਾਂ ਵੱਲੋਂ ਸੰਤੋਖ ਦੇ ਸਹਿਤ ਸਥਿਤ ਕਰਕੇ ਕੋਈ ਜੀਵਨ ਵਾਲਾ ਮਹਾਂਪੁਰਖ ਉਚਾਰਨ ਕਰੇ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਜੈਸਾ ਬੀਜੈ ਸੋ ਲੁਣੇ। ਇਹ ਭਾਈ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਫਿਰ ਉਹੀ ਗੱਲ 'ਤੇ ਆਉਂਦੇ ਹਾਂ। ਜਿਹੋ ਜਿਹਾ ਵੀ ਕਰਮਾਂ ਦਾ ਬੀਜ ਕੋਈ ਬੀਜਦਾ ਹੈ, ਉਸੇ ਤਰ੍ਹਾਂ ਦਾ ਹੀ ਉਹ ਵੱਢੇਗਾ, ਵੱਢਦਾ ਹੈ। ਜੋ ਖੱਟੇ ਸੋ ਖਾ, ਜਿਹੜਾ ਕੁਝ ਖੱਟਣਾ ਕੀਤਾ ਹੈ ਉਹੋ ਜਿਹਾ ਹੀ ਫਲ ਖਾਣਾ ਕਰੇਗਾ ਜਾਂ ਕਰਦਾ ਹੈ। ਇਸੇ ਪ੍ਰਕਾਰ ਜੈਸਾ ਬੀਜੈ ਸੋ ਲੁਣੇ। ਜੋ ਪਹਿਲਾਂ ਕਰਮਾਂ ਦਾ ਬੀਜ ਬੀਜਿਆ ਸੀ ਉਹੀ ਹੁਣ ਵੱਢਿਆ ਹੈ, ਅਰ ਜੋ ਹੁਣ ਖੱਟੇਗਾ ਉਹੀ ਅੱਗੇ ਨੂੰ ਖਾਵੇਗਾ। ਜੋ ਖੱਟੇ ਸੋ ਖਾ, ਜਿਹੜਾ ਪਿੱਛੇ ਖੱਟੀ ਕਮਾਈ ਕੀਤੀ ਹੈ ਪਿਛਲੇ ਜਨਮਾਂ ਦੇ ਵਿੱਚ, ਉਹੀ ਹੁਣ ਜੀਵ ਖਾ ਰਹੇ ਹਨ। ਹੁਣ ਬੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾਂ ਗਿਆ ਖਾਏ। ਹੁਣ ਖਾ ਕੇ ਹੰਢਾ ਲਿਆ ਅਤੇ ਅੱਗੇ ਲਈ ਕੋਈ ਕਮਾਈ ਕੀਤੀ ਨਹੀਂ, ਭਾਵ ਨਾਮ ਜਪਿਆ ਨਹੀਂ, ਫਿਰ ਅੱਗੇ ਭੁੱਖ ਲੱਗੀ ਤੋਂ ਕੀ ਖਾਣਗੇ। ਜਿਹੜਾ ਸਿਆਣਾ ਬੰਦਾ ਹੁੰਦਾ ਹੈ ਉਹ ਆਪ ਦੀ ਜਿਹੜੀ ਜਮ੍ਹਾਂ ਪੂੰਜੀ ਹੈ ਉਹਨੂੰ ਨਹੀਂ ਵਰਤਦਾ, ਉਹ ਵਿਆਜ ਖਾਈ ਜਾਂਦਾ, ਪ੍ਰੋਫਿਟ ਖਾਈ ਜਾਂਦਾ। ਜੇ ਜਮ੍ਹਾਂ ਪੂੰਜੀ ਖਾ ਲਈ ਫਿਰ ਤਾਂ ਭੁੱਖੇ ਮਰਨ ਵਾਲੀਆਂ ਗੱਲਾਂ ਹਨ, ਫਿਰ ਕਿਸੇ ਅੱਗੇ ਹੱਥ ਅੱਡਣ ਤੋਂ ਦਾ ਕੁਛ ਮਿਲੇਗਾ ਨਹੀਂ। ਤੋ ਇੰਜ ਜਿਹੜੇ ਪੁੰਨ ਜਮ੍ਹਾਂ ਸੀ ਸੋ ਤਾਂ ਲਈ ਖਾ, ਅੱਗੇ ਵਾਸਤੇ ਜਮ੍ਹਾਂ ਕੀਤੀ ਹੋਈ ਨਹੀਂ, ਅਤੇ ਇਸ ਵਾਸਤੇ ਫਿਰ ਭੁੱਖਾ ਹੋਵੇਗਾ, ਭੁੱਖਾ ਮਰੇਗਾ। ਮਹਾਰਾਜ ਕਹਿੰਦੇ ਹਨ, ਜੋ ਵੀ ਇਨਸਾਨ ਕਮਾਈ ਕੀਤੀ ਹੋਈ ਹੈ ਪਿਛਲੇ ਜਨਮਾਂ ਦੀ ਉਹ ਖਾ ਰਿਹਾ ਹੈ, ਅਤੇ ਹੁਣ ਚੰਗੇ ਕਰਮ ਕਰਨੇ ਚਾਹੀਦੇ ਹਨ। ਪੁੱਛ ਨਾ ਹੋਵਈ, ਪਰ ਜੋ ਪੁਰਖ
ਨਾਮ ਰੂਪੀ ਜਾਂ ਸਰੂਪ ਦੀ ਸਖਿਆਤ ਦਾ ਰੂਪ ਜੀ ਸਾਣਨੀ ਸਾਣੈ ਜਾ ਪਰਮਾਨੀ ਦੇ ਸਹਿਤ ਪਰਲੋਕ ਨੂੰ ਜਾਵੇਗਾ। ਉਸ ਕੋਲੋਂ ਅੱਗੇ ਪਰਲੋਕ ਦੇ ਵਿੱਚ ਯਮਦੂਤਾਂ ਚਿੱਤਰਗੁਪਤ ਦੁਆਰਾ ਕਰਮਾਂ ਧਰਮਾਂ ਦੇ ਹਿਸਾਬ ਕਿਤਾਬ ਦੀ ਕੋਈ ਪੁੱਛਗਿਛ ਨਹੀਂ ਹੋਵੇਗੀ। ਐਸੂ ਜੈਸਾ ਕਾਢੀਐ ਜਿਹੋ ਜਿਹੀ ਜੈਸੀ ਕਾਰ ਕਮਾਈ। ਜਿਹੋ ਜਿਹੀ ਕੋਈ ਕਾਰ ਕਮਾਉਂਦਾ ਹੈ ਉਹ ਜਿਹਾ ਹੀ ਜੀਵ ਕਿਹਾ ਜਾਂਦਾ ਹੈ। ਜੇ ਕੋਈ ਇੱਟਾਂ ਲਾਵੇ ਉਹਨੂੰ ਕਹਿੰਦੇ ਵੀ ਇਹ ਰਾਜ ਮਿਸਤਰੀ ਹੈ। ਜੇ ਕੋਈ ਲੋਹਾ ਕੁੱਟੇ ਉਹਨੂੰ ਕਹਿੰਦੇ ਲੋਹਾਰ ਮਿਸਤਰੀ ਲੋਹੇ ਦਾ। ਜੇ ਕੋਈ ਸੋਨਾ ਸਵਾਰੀ ਉਹਨੂੰ ਕਹਿੰਦੇ ਸੁਨਿਆਰ ਸੋਨੇ ਦਾ ਹੈ। ਜੇ ਕੋਈ ਕੱਪੜਾ ਵੇਚੇ ਉਹਨੂੰ ਕਹਿੰਦੇ ਬਜਾਜੀ। ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ, ਜੇ ਕੋਈ ਨਾਮ ਜਪੇਗਾ ਸੋ ਸੰਤ ਹੋਵੇਗਾ। ਤੋ ਇੰਜ ਜਿਸ ਤਰ੍ਹਾਂ ਕੋਈ ਕਾਰ ਕਮਾਉਂਦਾ ਉਹੋ ਜਿਹਾ ਹੀ ਉਹਦਾ ਨਾਮ ਕਿਹਾ ਜਾਂਦਾ, ਉਹਦਾ ਜੀਵਨ ਬਣ ਜਾਂਦਾ ਹੈ। ਜੋ ਦਮ ਚੇਤਨਾ ਆਵਾਈ। ਇਸ ਲਈ ਜੇ ਤੁਸੀਂ ਸੰਤ ਬਣਨਾ ਹੈ ਤਾਂ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਘਰ ਵਿੱਚ ਸਭ ਸੰਤ ਹਨ। ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ। ਜੋ ਅਕਥ ਦੀ ਕਹਾਣੀ ਕਥਾ ਕਰਦੇ ਸੁਣਦੇ। ਮਹਾਰਾਜ ਕਹਿੰਦੇ ਜਿਹੜਾ ਦਮ, ਜਿਹੜਾ ਸਵਾਸ ਪਰਮੇਸ਼ਰ ਦੇ ਨਾਮ ਤੋਂ ਖਾਲੀ ਚਲਾ ਜਾਏ, ਜਿਹਦੇ ਵਿੱਚ ਮਹਾਰਾਜ ਦਾ ਨਾਮ ਚੇਤੇ ਨਹੀਂ ਆਉਂਦਾ, ਸੋ ਦਮ ਬਿਰਥਾ ਜਾ। ਸਮਝ ਲਓ ਕਿ ਉਹ ਫਜ਼ੂਲ ਚਲਾ ਗਿਆ, ਉਹ ਨਿਸਫਲ ਚਲਾ ਗਿਆ, ਕਿਸੇ ਵੀ ਅਰਥ ਨਹੀਂ ਰਿਹਾ। ਇਹੋ ਤਨ ਵੇਚੀ ਬੈ ਕਰੀ। ਮਹਾਰਾਜ ਕਹਿੰਦੇ ਨੇ ਕਿ ਮੈਂ ਆਪਣਾ ਇਹ ਜਿਹੜਾ ਤਨ ਸਰੀਰ ਹੈ, ਮੈਂ ਇੱਕ ਹੁੰਦੀ ਪੈਲੀ ਠੇਕੇ 'ਤੇ, ਇੱਕ ਹੁੰਦੀ ਹੈ ਗਹਿਣੇ ਵਾਲੀ, ਇੱਕ ਹੁੰਦੀ ਹੈ ਬੈ ਹੀ ਕਰ ਦੇਣੀ, ਬੈ ਲੈ ਲੈਣੀ, ਮੁੱਲ ਲੈ ਲੈਣੀ। ਇਹ ਜਿਹੜਾ ਸਰੀਰ ਹੈ ਮੈਂ ਮੁੱਲ ਕਰਕੇ ਵੇਚ ਦੇਵਾਂ। ਜੇ ਕੋ ਲਏ ਵਿਕਾ। ਜੇਕਰ ਕੋਈ ਸੰਤ ਭਗਤ ਮੈਨੂੰ ਵਿਕਦੇ ਨੂੰ ਲੈ ਲਵੇ ਤਾਂ ਮੈਂ ਆਪਦਾ ਸਰੀਰ ਭਾਵ ਤਨ ਮਨ ਧਨ ਦੇ ਕੇ ਨਾਮੀ ਦਾ ਨਾਮ ਉਹਦੇ ਕੋਲੋਂ ਪ੍ਰਾਪਤ ਕਰ ਲਵਾਂ। ਨਾਨਕ ਕੰਮ ਨਾ ਆਵਈ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਉਹ ਸਰੀਰ ਕਿਸੇ ਵੀ ਕੰਮ ਨਹੀਂ ਆਉਂਦਾ। ਜਿਤ ਤਨ ਨਾਹੀ ਸੱਚਾ ਨਾਮ। ਜਿਸ ਤਨ ਸਰੀਰ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਨਹੀਂ ਹੈ। ਸੂਹੀ ਮਹੱਲਾ ਪਹਿਲਾ। ਜਿਸ ਤਰ੍ਹਾਂ ਕਹਿੰਦੇ ਨੇ ਕਿ ਜਿਹੜਾ ਸਰੀਰ ਬਿਨਾਂ ਵਾਹਿਗੁਰੂ ਦੇ ਨਾਮ ਉਚਾਰਨ ਤੋਂ ਹੈ, ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਐਸੇ ਸਰੀਰ ਜਾਂ ਸਵਾਸ ਬਹਿਤ ਹੈ ਜੈਸੇ ਪਸਰਾ ਫੂਕ ਬਹਿਤ ਹੈ। ਪਸਰਾ ਬਲੈਡਰ ਦਾ ਨਾਮ ਹੈ। ਅੱਜ ਕੱਲ੍ਹ ਤਾਂ ਬਿਜਲੀ ਦੀਆਂ ਮੋਟਰਾਂ ਆ ਗਈਆਂ। ਜਿਹੜੇ ਲੁਹਾਰ ਲੋਹਾ ਕੁੱਟਦੇ ਨੇ ਗਰਮ ਕਰਕੇ, ਉਹ ਆਪਦੀ ਭੱਠੀ ਦੇ ਅੱਗੇ ਬੰਬੂ ਘਾਟ ਜਿਹਾ ਲਾਉਂਦੇ ਨੇ। ਉਹ ਬਿਜਲੀ ਦੇ ਨਾਲ ਹਵਾ ਦਿੰਦੇ ਨੇ ਪੱਖੇ ਦੀ। ਪੁਰਾਣਾ ਟਾਈਮ ਸੀਗਾ, ਉਹ ਬਲੈਡਰ ਜਿਹੇ ਦੇ ਅੱਗੇ ਉਹ ਦੂਤਾ ਜਿਹਾ ਲਾਇਆ ਹੁੰਦਾ ਸੀ, ਡੰਡਾ ਜਿਹਾ। ਉਹਨਾਂ ਬਲੈਡਰ ਨੂੰ ਨੱਪੀ ਜਾਣਾ ਗੋਡੇ ਨਾਲ ਜਾਂ ਹੱਥ ਨਾਲ, ਅਤੇ ਉਹਦੇ ਨਾਲ ਹਵਾ ਦਿੰਦੇ ਹੁੰਦੇ ਸੀ। ਜਿਸ ਤਰ੍ਹਾਂ ਉਹ ਬਲੈਡਰ 'ਚੋਂ ਹਵਾ ਦਿੰਦੇ ਨੇ ਭੱਠੀ ਨੂੰ, ਇਸ ਤਰੀਕੇ ਦੇ ਨਾਲ ਪੇਟ ਬਲੈਡਰ ਦੀ ਤਰ੍ਹਾਂ ਫੁੱਲਦਾ ਹੈ। ਜਦ ਸਾਹ ਲੈਂਦੇ ਆ, ਕਦੀ ਅੰਦਰ ਜਾਂਦਾ, ਕਦੀ ਬਾਹਰ ਨੂੰ ਆਉਂਦਾ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਉਚਾਰਨ ਤੋਂ ਬਿਨਾਂ ਜਿਸ ਤਰ੍ਹਾਂ ਉਹ ਲੋਹਾਰ ਬਲੈਡਰ ਨੂੰ ਹਵਾ ਲਈ ਵਰਤਦਾ, ਇਉਂ ਪੇਟ ਦਾ ਕੋਈ ਕੰਮ ਨਹੀਂ, ਇਹ ਹਵਾ ਹੀ ਕਰ ਰਿਹਾ ਹੈ। ਜਿਹੜਾ ਨਾਮ ਤੋਂ ਬਗੈਰ ਇਹ ਬਲੈਡਰ ਤੋਂ ਵੱਧ ਕੁਛ ਵੀ ਨਹੀਂ ਹੈ। ਮਤਲਬ ਇਹ ਨਿਰਜਿੰਦ ਹੈ। ਜੇ ਪਰਮਾਤਮਾ ਨੇ ਜਾਨ ਪਾਈ ਹੈ ਤੇ ਚਾਹੀਦਾ ਹੈ ਆਇਓ ਸੁਨਨ ਪੜਨ ਕੋ ਬਾਣੀ। ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਇਹ ਪ੍ਰਾਣੀ ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਜੀਓ,
ਤੂੰ ਮਹਾਰਾਜ ਦੇ ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ ਦੁਨੀਆ ਵਿੱਚ ਆਇਆ ਹੋਇਆ। ਆਹ ਲੋਕਡਾਊਨ ਨੇ ਇੱਕ ਵਾਰ ਸੁਰਤ ਟਿਕਾਣੇ ਲਿਆ ਦਿੱਤੀ। ਜਿਹੜੇ ਵਿਚਾਰੇ ਕਦੀ ਇਕਾਂਤ ਦੇ ਵਿੱਚ ਨਹੀਂ ਸਨ ਰਹੇ, ਉਹ ਬਹੁਤਾ ਹੀ ਘਬਰਾ ਗਏ। ਪਰ ਮਹਾਰਾਜ ਨੇ ਮੱਤ ਸਿਖਾ ਲਈ ਹੈ ਵੀ ਇੰਜ ਪੁੱਤ ਨਾਮ ਜਪੀਦਾ ਹੈ। ਇਹ ਜਿਹੜੇ ਕੰਮ ਨੇ ਇਹ ਕਿਸੇ ਕੰਮ ਨਹੀਂ ਆਉਣ ਵਾਲੇ, ਅਤੇ ਨਾ ਹੀ ਕੋਈ ਇਹਨਾਂ ਦਾ ਲਾਭ ਹੈ। ਪਤਾ ਹੀ ਨਹੀਂ ਵੀ ਕਦੋਂ ਕੀ ਹੋ ਜਾਏ। ਅਤੇ ਜੇ ਨਾਮ ਦਾ ਅਭਿਆਸ, ਨਾਮ ਦਾ ਸੁਭਾਅ ਬੰਦਾ ਬਣਾ ਲਏ ਤਾਂ ਫਿਰ ਕਦੀ ਔਖਾ ਹੁੰਦਾ ਹੀ ਨਹੀਂ, ਕਦੀ ਮਨ ਕਾਹਲਾ ਪੈਂਦਾ ਹੀ ਨਹੀਂ, ਹਰ ਵਕਤ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਇਸ ਵਾਸਤੇ ਕਿਤੇ ਨਾ ਕਿਤੇ ਬੰਦੇ ਨੂੰ ਸੰਤੋਖ ਰੱਖਣਾ ਪਏਗਾ, ਮੰਨਣਾ ਪਊਗਾ ਮਹਾਰਾਜ ਦੇ ਨਾਮ ਨੂੰ ਕਿ ਪਰਮਾਤਮਾ ਹੈ। ਇਸ ਲਈ ਜਿਹੜੇ ਕੰਮਾਂ ਨੂੰ ਆਪਾਂ ਕੰਮ ਸਮਝਦੇ ਹਾਂ ਉਹ ਕੰਮ ਆਉਣ ਵਾਲੇ ਨਹੀਂ। ਇਹ ਜਿਹੜਾ ਸਰੀਰ ਹੈ, ਮਹਾਰਾਜ ਕਹਿੰਦੇ ਸੱਚੇ ਨਾਮ ਤੋਂ ਬਗੈਰ ਕਿਸੇ ਵੀ ਕੰਮ ਨਹੀਂ, ਨਿਕੰਮਾ ਹੈ। ਸੋ ਜੋ ਪ੍ਰਾਣੀ ਕਾਹੂ ਨਾ ਆਵਦ ਕਾਮ, ਸੰਤ ਪ੍ਰਸਾਦ ਤਾਕੋ ਜਪੀਐ ਨਾਮ। ਸੰਤਾਂ ਦੀ ਕਿਰਪਾ ਦੇ ਨਾਲ ਜੇ ਨਾਮ ਜਪਣ ਲੱਗ ਪਏ ਤਾਂ ਇਹ ਸਰੀਰ ਸਫਲ ਹੈ, ਵਰਨਾ ਕਿਸੇ ਵੀ ਕੰਮ ਦਾ ਨਹੀਂ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ। ਕਬੀਰ ਮਾਨਸ ਜਨਮ ਦਲੰਭ ਹੈ, ਹੋਏ ਨਾ ਬਾਰੰਬਾਰ, ਜਿਉ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਗਈ ਬਹੋੜ ਬੰਦੀ ਛੋੜ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਉਹ ਜਣੇ ਜੇ ਗੁਨਾਹਾਂ ਵਿੱਚ ਬਤੀਤ ਹੋ ਗਈ ਤਾਂ ਭੁੱਲ ਜਾਓ, ਚਿੰਤਾ ਕਰੋਗੇ ਤੇ ਖਤਮ ਹੋ ਜਾਓਗੇ। ਮਹਾਰਾਜ ਕਹਿੰਦੇ ਆਗੇ ਸਮਝ ਚੱਲੋ ਆਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਜੋ ਲੰਘ ਗਿਆ ਸੋ ਲੰਘ ਗਿਆ। ਜੇ ਅੱਗੇ ਸਮਝ ਕੇ ਚੱਲਾਂਗੇ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ ਤਾਂ ਪਿਛਲੀ ਕਮਾਈ ਵੀ ਮਹਾਰਾਜ ਮੋੜ ਕੇ ਲਿਆ ਕੇ ਬਖਸ਼ਿਸ਼ਾਂ ਕਰੇਗਾ। ਤੋ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ। ਅਰਦਾਸ ਕਰੀਏ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਧਾਰੀ, ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਮਾਰੀ ਹਰ ਜੀਓ। ਇਹ ਛੇਵੇਂ ਪਾਤਸ਼ਾਹ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀਓ, ਨਿਮਾਣਿਆਂ ਤੋਂ ਮਾਣ, ਤੂੰ ਨਿਮਾਣਿਆਂ ਦਾ ਮਾਣ ਹੈ। ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਮੇਰਾ ਹਰਗੋਬਿੰਦ ਸਾਹਿਬ ਨਚੀਜੀਆਂ ਨੂੰ ਚੀਜ਼ ਵਾਲੇ, ਜਿਹੜੇ ਨਾ ਚੀਜ਼ ਅਤੇ ਉਹਨਾਂ ਨੂੰ ਬੜੇ ਕੀਮਤੀ ਬਣਾਉਣ ਵਾਲਾ, ਬੜੇ ਕੰਮ ਵਾਲੇ ਬਣਾਉਣ ਵਾਲਾ ਹੈ। ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ ਰਹਾ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਚੜ੍ਹ ਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਹਰਿ ਅੰਤਰ ਜਾਮੀ ਸਭਿਦ ਜਾਣੈ, ਤਾਂ ਕਿਸ ਬੈ ਆਗ ਸੁਣਾਈਐ। ਕਹਿਣੇ ਕਥਨ ਬੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ। ਐਸਾ ਮਹਾਰਾਜ ਹੈ। ਸੋ ਨਾਮ ਤੋਂ ਬਗੈਰ, ਸੱਚੇ ਨਾਮ ਜਪਣ ਤੋਂ ਬਗੈਰ ਇਹ ਸਰੀਰ ਕਿਸੇ ਵੀ ਕੰਮ ਦਾ ਨਹੀਂ। ਘੋੜੇ ਨੂੰ ਪੱਠੇ ਪਾਈ ਜਾਓ, ਪੱਠੇ ਪਾਈ ਜਾਓ ਨਿਹੰਗਾਂ ਵਾਂਗ, ਕੰਮ ਲਓ ਕੋਈ ਨਾ, ਜਾਂ ਉਹਨਾਂ ਦੀ ਦੌੜ ਵੀ ਨਾ ਲਵਾਓ। ਅਗਲਾ ਫਿਰ ਖੰਗੂਰੇ ਮਾਰਦਾ, ਕੰਨ ਖੜਕਾਉਂਦਾ, ਅੜੀ ਕਰਦਾ, ਚੜ੍ਹਨ ਨਹੀਂ ਦਿੰਦਾ, ਹੱਥ ਨਹੀਂ ਲਾਉਣ ਦਿੰਦਾ, ਜਿਹੜਾ ਖਾਣ ਗਿੱਝ ਜਾਏ। ਇਉਂ ਸਿਆਣਾ ਬੰਦਾ ਘੋੜੇ ਨੂੰ ਪੱਠੇ ਵੀ ਪਾਉਂਦਾ ਅਤੇ ਦੌੜ ਵੀ ਲਵਾਉਂਦਾ ਹੈ, ਰੋਜ਼ ਅਭਿਆਸ ਵੀ ਕਰਾਉਂਦਾ ਹੈ, ਤਾਂ ਮੁਕਾਬਲੇ 'ਚ ਜਾ ਕੇ ਉਹ ਜਿੱਤ ਪ੍ਰਾਪਤ ਕਰ ਸਕਦੇ ਨੇ। ਅਤੇ ਇੰਨਾ ਵੀ ਕੰਮ ਨਹੀਂ ਲੈਂਦਾ ਵੀ ਉਹਦੇ ਉੱਪਰ ਟਾਂਗਾ ਜਾਂ ਰੇੜਾ ਜੋ ਕੇ ਸਾਰੀ ਦਿਹਾੜੀ ਉਹਦੇ ਮੋਢੇ ਭੰਨ ਸੁੱਟਣੇ ਅਤੇ ਖਾਣ ਦੇ ਵਕਤ ਕਹਿਣਾ ਚੱਲ ਰੋੜੀਆਂ ਦੇ, ਖਾਣ ਨੂੰ ਵੀ ਨਹੀਂ ਦੇਣਾ। ਉਹਦਾ ਘੋੜਾ ਵੀ ਹੁੱਸ ਕੇ ਡਿੱਗ ਪੈਂਦਾ, ਮਰਦਾ ਮਰ ਜਾਂਦਾ, ਹੱਡ ਗੋਡੇ ਉਹਦੇ ਰਗੜੇ ਜਾਂਦੇ ਨੇ। ਤੋ ਇੰਝ ਇਹ ਜਿਹੜਾ ਸਰੀਰ ਵਾਲਾ ਘੋੜਾ ਹੈ, ਜੇ ਨਿਰਾ ਖਾਣ ਪੀਣ ਦੇ ਵਿੱਚ ਹੀ ਲਾਈ ਰੱਖਿਆ, ਮਹਾਰਾਜ ਦੀ ਸੰਗਤ ਦੀ ਸੇਵਾ ਨਾ ਕਰਾਈ। ਇੱਕ ਹੁੰਦੇ ਨੇ ਸਰੀਰ ਦੇ ਸੇਵਕ, ਇੱਕ ਹੁੰਦੇ ਨੇ ਪਰਿਵਾਰ ਦੇ ਸੇਵਕ। ਆਪਦੇ ਸਰੀਰ ਨੂੰ ਹੀ ਸਵਾਰੀ ਜਾਣਾ,
ਪਾਊਡਰ ਕਰੀਮਾਂ ਸ਼ੀਸ਼ੇ ਅੱਗੇ ਬੈਠੇ ਰਹਿਣਾ, ਦਸਤਾਰ ਹੀ ਕਦੀ ਲਾਈ ਜਾਣੀ, ਢਾਈ ਜਾਣੀ, ਕਦੀ ਬੰਨੀ ਜਾਣੀ। ਗੁਰਮਤਿ ਮਰਯਾਦਾ ਮੁਤਾਬਕ ਇੱਕ ਵਾਰ ਜਿਹੜੀ ਵੱਜ ਗਈ ਵੱਜ ਗਈ। ਸ਼ੀਸ਼ਾ ਵੇਖਣ ਦੀ ਤਾਂ ਲੋੜ ਹੀ ਨਹੀਂ ਪੈਣੀ ਚਾਹੀਦੀ, ਇੰਨਾ ਅਭਿਆਸ ਹੋਣਾ ਚਾਹੀਦਾ। ਆਪਾਂ ਕਿਹੜਾ ਵਿਆਹ 'ਤੇ ਜਾਣਾ, ਜੰਜੇ ਜਾਣਾ, ਮਾਫ ਕਰਨਾ, ਆਉਣਾ ਤਾਂ ਗੁਰਦੁਆਰੇ ਹੀ ਹੈ। ਜਿਸ ਤਰ੍ਹਾਂ ਦੀ ਵੱਜ ਗਈ, ਮੱਥਾ ਟੇਕੋ, ਰੱਬ ਦਾ ਨਾਮ ਲਓ। ਤੋ ਇਸ ਵਾਸਤੇ ਜਿੰਨੇ ਘੰਟਾ ਸਰੀਰ ਨੂੰ ਸਵਾਰਨ 'ਤੇ ਲਾਤਾ, ਦੱਸੋ ਕਥਾ ਮੇਰੇ ਵਾਂਗ ਕੀ ਕਰੂਗਾ? ਉਹ ਤਾਂ ਫਿਰ ਲੇਟ ਫੇਟ ਭੱਜ ਕੇ ਪਹੁੰਚੂਗਾ। ਉਹ ਮੈਨੂੰ ਯਾਦ ਹੈ ਵੀ ਰਾਗੀ ਬਲਜੀਤ ਸਿੰਘ ਅਤੇ ਲਹਿਣਾ ਸਿੰਘ ਇੱਥੇ 7 ਫੇਸ ਗਿੱਲ ਸਾਹਿਬ ਦੀ ਕੋਠੀ ਹੈ, 500 ਕੁਝ ਨੰਬਰ। ਉਹਨੇ ਮਹਾਂਪੁਰਖਾਂ ਦਾ ਕਮਰਾ ਬਣਾਇਆ, ਥੱਲੇ ਸਾਡੇ ਆਸਣ ਸੀਗੇ, ਉਧਰੋਂ 4 ਫੇਸ ਵਾਲੇ ਉਹ ਟੀ ਕਰੀ ਜਾਣ। ਕਾਰ ਖੜੀ ਸੜਕ 'ਤੇ, ਆਸਾ ਦੀ ਵਾਰ ਦਾ ਟਾਈਮ ਹੋਇਆ, ਤੋ ਰਾਗੀ ਅਜੇ ਸ਼ੀਸ਼ੇ ਅੱਗੇ ਖੜੇ ਪੇਚ 'ਤੇ ਪੇਚ ਕੱਢੀ ਜਾਣ। ਦਸਤਾਰ ਸਜਾਉਣੀ ਕੋਈ ਮਾੜੀ ਬਾਤ ਨਹੀਂ। ਮਹਾਂਪੁਰਖ ਆਏ, ਉਹਨਾਂ ਵੇਖਿਆ ਵੀ ਹਾਰਨ ਵੱਜ ਰਿਹਾ ਅਤੇ ਬੰਦੇ ਅਜੇ ਬੈਠੇ ਨਹੀਂ ਵਿੱਚ। ਮੈਨੂੰ ਕਹਿੰਦੇ ਕੀ ਹੋਇਆ, ਜਾਂਦੇ ਨਹੀਂ ਹੋਏ? ਮੈਂ ਕਿਹਾ ਜੀ ਉਹ ਚੁੱਪ ਕਰ ਗਿਆ। ਵੇਖਿਆ, ਕਹਿੰਦੇ ਮੈਂ ਵੇਖਦਾ। ਥੱਲੇ ਆਏ ਆਪ, ਵੇਖਿਆ ਵੀ ਇਹ ਤਾਂ ਸ਼ੀਸ਼ੇ ਅੱਗੇ ਖੜ੍ਹੇ ਨੇ, ਇੱਕ ਦੂਜੇ ਨਾਲ ਲੜ ਰਹੇ। ਉਹ ਕਹਿੰਦਾ ਮੈਂ ਅੱਗੇ ਹੋਣਾ, ਦੂਜਾ ਕਹਿੰਦਾ ਮੈਂ। ਪ੍ਰਬੰਧਕ ਵਿਚਾਰੇ ਉਡੀਕ ਰਹੇ ਨੇ। ਫੜਿਆ ਸ਼ੀਸ਼ਾ, ਮੇਰੇ ਸਾਹਮਣੇ ਦੀ ਗੱਲ ਹੈ, ਮੈਨੂੰ ਪੂਰਾ ਯਾਦ ਹੈ। ਮਾਰਿਆ, ਸੜਕ 'ਤੇ ਵਗਾ ਕੇ ਭੰਨ ਕੇ ਸੁੱਟ ਦਿੱਤਾ। ਆਖਿਆ ਖਬਰਦਾਰ ਜੇ ਸ਼ੀਸ਼ਾ ਵੇਖਿਆ ਅੱਗੇ ਤੋਂ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਕਿਤੇ ਧਿਆਨ ਨਾਲ ਦੇਖਿਓ, ਉਹਨਾਂ ਦੀ ਪੱਗ ਸ਼ੀਸ਼ੇ ਵਾਲੀ ਨਹੀਂ ਹੋਏਗੀ। ਸੰਤ ਕੀ ਅਤੇ ਸ਼ੀਸ਼ਾ ਕੀ ਹੋਇਆ? ਇੱਕ ਹੁੰਦੇ ਪਰਿਵਾਰ ਦੇ ਸੇਵਕ, ਟੱਬਰ ਦੀਆਂ ਪ੍ਰਕਰਮਾਂ ਹੀ ਕਰੀ ਜਾਣੀਆਂ ਅਤੇ ਸੰਗਤ ਨੂੰ ਮਾੜਾ ਕਹੀ ਜਾਣਾ। ਆਪਦੇ ਨਿਆਣੇ ਤਾਂ ਭਾਵੇਂ ਸੀਂਡ ਵਗਦਾ ਹੋਵੇ, ਉਹ ਰੁਮਾਲ ਨਾਲ ਪੂੰਝ ਕੇ ਜੇਬ 'ਚ ਪਾ ਲੈਣਾ, ਹੱਥ ਜੂਠੇ ਕਰ ਲੈਣੇ ਅਤੇ ਲੋਕਾਂ ਦੇ ਨਿਆਣਿਆਂ ਨੂੰ ਅੱਖਾਂ ਕੱਢਣੀਆਂ, ਸੰਗਤ ਨੂੰ ਬੁਰਾ ਕਹਿਣਾ। ਮਾਫ ਕਰਨਾ, ਇਹ ਸਭ ਕੁਛ ਹੁੰਦਾ ਹੈ। ਅਤੇ ਇਸ ਵਾਸਤੇ ਸਰੀਰ ਦੇ ਸੇਵਕ ਨਹੀਂ ਬਣਨਾ, ਟੱਬਰ ਦੇ ਸੇਵਕ ਨਹੀਂ ਬਣਨਾ, ਗੁਰੂ ਘਰ ਲਈ ਟਾਈਮ ਕੱਢਣਾ ਹੈ। ਫਿਰ ਨਾਮ ਜਪਣ ਲਈ, ਗੁਰੂ ਘਰ ਦੀ ਸੇਵਾ ਲਈ ਟਾਈਮ ਕਿੱਥੋਂ ਨਿਕਲੂ ਜੇ ਆਪ ਦਾ ਆਪ ਹੀ ਸਭ ਕੁਛ ਸਵਾਰੀ ਗਏ? ਉਹਨਾਂ ਕੁ ਤਾਂ ਟਾਈਮ ਹੁੰਦਾ। ਤੋ ਨਾਨਕ ਕੰਮ ਨਾ ਆਵਈ, ਜਿਤ ਤਨ ਨਾਹੀ ਸੱਚਾ ਨਾਉ। ਗੁਰੂ ਘਰ ਦੇ ਸੇਵਾਦਾਰ ਬਣਨਾ ਹੈ। ਜਿਹੜਾ ਸਰੀਰ ਗੁਰਦੁਆਰੇ ਦੇ ਕੰਮ ਨਹੀਂ ਆਇਆ, ਕਿਸੇ ਪਰਉਪਕਾਰ ਹਿਤ, ਕਿਸੇ ਗਰੀਬ ਗੁਰਬੇ ਦੇ ਕੰਮ ਨਹੀਂ ਆਇਆ, ਸੇਵਾ ਸਿਮਰਨ ਦੇ ਕੰਮ ਵਿੱਚ ਨਹੀਂ ਆਇਆ, ਪੱਠੇ ਪਾਉਣ ਦੀ ਤਰ੍ਹਾਂ ਅਤੇ ਖਰਖਰਾ ਕਰਦੇ ਰਹੇ, ਘੋੜੇ ਨੂੰ ਥਾਪੜਾ ਹੀ ਦਿੰਦੇ ਰਹੇ, ਕੰਮ ਕਰਾਇਆ ਹੀ ਨਹੀਂ, ਤਾਂ ਫਿਰ ਦੱਸੋ ਉਹਦਾ ਫਾਇਦਾ ਕੀ ਹੋਇਆ? ਧੀਨ ਦੁੱਧ ਅਤੇ ਬਾਹਰੀ ਕਿਤੇ ਨਾ ਆਵੇ ਕਾਮ। ਗਾਂ ਨੂੰ ਪੱਠੇ ਪਾਈ ਜਾਓ, ਦੁੱਧ ਚੋਵੋ ਹੀ ਨਾ, ਜਾਂ ਹੋਵੇ ਹੀ ਫੰਡਰ, ਕੀ ਫਾਇਦਾ ਉਸ ਦਾ? ਉਹ ਸਰੀਰ ਤੋਂ ਕੰਮ ਹੀ ਨਹੀਂ ਲਿਆ, ਫਿਰ ਇਹਦਾ ਲਾਭ ਕੀ ਹੈ? ਜਿੰਨਾ ਵੀ ਸੁੱਖ ਰਹਿਣਾ ਬੰਦਾ ਬਣਾ ਲਏਗਾ, ਉਹਨਾਂ ਬਿਮਾਰੀ ਦਾ ਘਰ ਬਣ ਜਾਏਗਾ। ਜਿੰਨਾ ਇਹਦੇ ਕੋਲ ਕੰਮ ਲਏਗਾ, ਉਹਨਾਂ ਤੰਦਰੁਸਤ ਰਹੇਗਾ। ਇਸ ਲਈ ਜਿੰਨਾ ਵੀ ਨਾਮ ਜਪਿਆ ਜਾਂਦਾ, ਮਹਾਰਾਜ ਕਹਿੰਦੇ ਦਿਨ ਨਾ ਵੇਖੋ, ਰਾਤ ਨਾ ਵੇਖੋ, ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੇ ਹਾਰਿਓ ਰੇ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾਏ ਰੇ। ਦਿਨ ਵੀ ਚੜ੍ਹਨਾ ਅਤੇ ਰਾਤ ਵੀ ਪੈਣੀ ਹੈ, ਇਹ ਸਭ ਕੁਝ ਚੱਲੀ ਜਾਣਾ ਹੈ। ਤੋ ਇਸ ਵਾਸਤੇ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ। ਆਸਾ ਮਹੱਲਾ ਪੰਜਵਾ। ਭਾਈ ਪ੍ਰਾਪਤ ਮਾਨਕ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਤੇਰਾ ਹੋਰ ਕੋਈ ਕੰਮ ਨਹੀਂ, ਕੇਵਲ ਸੰਗਤ ਵਿੱਚ ਮਿਲ ਬੈਠ ਕੇ ਵਾਹਿਗੁਰੂ ਦਾ ਭਜਨ ਕਰ। ਪਾਤਸ਼ਾਹ ਜੀ ਫਰਮਾਉਂਦੇ ਨੇ, ਨਾਨਕ ਕੰਮ ਨਾ ਆਵਈ। ਜਦੋਂ ਤੇਰੇ ਵਿੱਚੋਂ ਨਿਕਲ ਗਏ ਸਵਾਸ, ਇਹ ਬਣੀ ਬਣਾਤੀ 3 ਮਣ ਪੱਕੀ ਦੇ ਧੜਮ ਕਰਕੇ ਥੱਲੇ ਡਿੱਗ ਪਈ। 3.5 ਮਣ ਦੇਹੁਰੀ, ਚੱਲੇ ਪਾਣੀ ਅੰਨ। ਆਇਓ ਬੰਦਾ ਦੁਨੀ ਵਿੱਚ, ਵੱਤ ਆਸੋਣੀ ਬੰਨ। ਮਲਕਲ ਮੌਤ ਜਾਂ ਆਵਸੀ, ਸਭ ਦਰਵਾਜ਼ੇ ਭੰਨ। ਤਿੰਨਾਂ ਪਿਆਰੀਆਂ ਭਾਈਆਂ
ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ। ਜੇ ਆਪਾਂ ਪੋਲਾ ਬੋਲਾਂਗੇ ਕੰਨ, ਉਹ ਕੰਨਾਂ ਦਾ ਅਰਥ ਬਣ ਜਾਊਗਾ ਕੰਨ ਭਾਰਾ ਬੋਲਣਾ। ਕੰਨ ਦਾ ਮਤਲਬ ਹੈ ਕੰਧਿਆਂ, ਚੌਂ ਬੰਦਿਆਂ ਦੇ ਮੋਢਿਆਂ 'ਤੇ ਜਾਣਾ ਪਊਗਾ, ਕਿਸੇ ਕੰਮ ਨਹੀਂ ਆਉਣੀ ਇਹ ਦੇ। ਜਿੰਨਾ ਮਰਜ਼ੀ ਇਹਨੂੰ ਕੁਛ ਖਵਾ ਖਵਾ ਕੇ ਤਗੜੀ ਕਰੀ ਜਾਓ। ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਤੇ ਇਸ ਵਾਸਤੇ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ। ਇਹ ਸਰੀਰ ਵਧਾਇਆ ਕੰਮ ਨਹੀਂ ਆਉਣਾ, ਅਮਲ ਕੀਤੇ ਚੰਗੇ ਕੰਮ ਕੀਤੇ ਕੰਮ ਆਉਣੇ ਨੇ। ਜਿਤ ਤਨ ਨਾਹੀ ਸੱਚਾ ਨਾਮ। ਜੇ ਸਰੀਰ 'ਚ ਪਰਮੇਸ਼ਰ ਦਾ ਨਾਮ ਨਹੀਂ ਹੈ, ਉਹ ਕਿਸੇ ਵੀ ਕੰਮ ਦਾ ਨਹੀਂ। ਇੰਨੀ ਹੀ ਕਥਾ ਪ੍ਰਮਾਣ ਕਰਨੀ ਜੀ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਇਹ ਗੁਰਬਾਣੀ ਦਾ ਭਾਵ ਸਾਡੇ ਹਿਰਦਿਆਂ 'ਚ ਵਸਾ ਦੇਣ, ਤਾਂ ਕਿ ਅਸੀਂ ਵੀ ਧਾਰਨ ਕਰਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਪ੍ਰਾਪਤ ਕਰ ਸਕੀਏ ਜੀ।